ਸਾਡੇ YouTube ਚੈਨਲ GNDS ਅਕੈਡਮੀ 'ਤੇ ਤੁਹਾਡਾ ਸਭ ਦਾ ਸਵਾਗਤ ਕੀਤਾ ਜਾਂਦਾ ਹੈ। ਸੋ ਆਪਾਂ ਲੈ ਕੇ ਆਏ ਹਾਂ ਜੀ ਮਾਸਟਰ ਕੇਡਰ ਅਤੇ PTET ਨਾਲ ਰਿਲੇਟਡ ਵੀਡੀਓ ਸਪੈਸ਼ਲ ਫॉर ਮਾਸਟਰ ਕੇਡਰ ਹੈ। ਜਿਹੜੇ ਬੱਚਿਆਂ ਦਾ ਸਬਜੈਕਟ ਹਿਸਟਰੀ ਹੈ ਉਹਨਾਂ ਦਾ ਸਿਲੇਬਸ ਜਿਹੜਾ ਹੈਗਾ ਇਹ ਕਵਰ ਕਰਦਾ ਹੈ ਅਤੇ ਬਹੁਤ ਹੀ ਬੁੱਕਸ ਦਾ ਨਿਚੋੜ ਕਹਿ ਸਕਦੇ ਹਾਂ ਆਪਾਂ ਇਹਨਾਂ ਨੂੰ ਕਿ ਕੋਈ ਇੱਕ ਬੁੱਕ ਤੋਂ ਨਹੀਂ, ਬਹੁਤ ਹੀ ਹਿੰਦੀ, ਇੰਗਲਿਸ਼, ਪੰਜਾਬੀ ਮੀਡੀਅਮ ਦੀਆਂ ਬੁੱਕਸ ਨੂੰ ਪੜ੍ਹ ਕੇ ਫਿਰ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਦੀ ਡਿਟੇਲ ਭਾਵ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਪੂਰੀ ਬਰੀਕ ਛਾਣਨੀ ਲਾ ਕੇ ਅਤੇ ਫਿਰ ਇਹ ਨੋਟਸ ਤਿਆਰ ਕੀਤੇ ਹੋਏ ਆ। ਅਤੇ ਤੁਹਾਡੀ ਜਾਣਕਾਰੀ ਦੇ ਲਈ ਅਸੀਂ ਦੱਸ ਦਈਏ ਕਿ ਅਸੀਂ ਜਿਹੜਾ ਹੈਗਾ ਔਨਲਾਈਨ ਬੈਚ ਸਟਾਰਟ ਕੀਤਾ ਹੋਇਆ ਮਾਸਟਰ ਕੇਡਰ ਹਿਸਟਰੀ ਅਤੇ ਪੋਲੀਟੀਕਲ ਦੀ ਕਲਾਸਿਸ ਦਾ। ਜਿਹੜੇ ਬੱਚਿਆਂ ਨੇ ਹਿਸਟਰੀ ਅਤੇ ਸਿਵਿਕਸ ਦੀਆਂ ਇਹ ਕਲਾਸ ਜੁਆਇਨ ਕਰਨੀ ਹੈ ਉਹ ਸਾਨੂੰ WhatsApp 'ਤੇ ਕੰਟੈਕਟ ਕਰ ਸਕਦੇ ਆ। ਜਿਹੜੇ ਬੱਚਿਆਂ ਨੇ ਫ੍ਰੀ ਦੇ ਵਿੱਚ ਐਜੂਕੇਸ਼ਨ ਪ੍ਰਾਪਤ ਕਰਨੀ ਹੈ ਉਹ ਸਾਡੀ ਪਲੇਲਿਸਟ ਦੇ ਵਿੱਚ ਜਾ ਕੇ ਪਿਛਲੀਆਂ ਵੀਡੀਓ ਨੂੰ ਬਾਅਦ 'ਚ ਜ਼ਰੂਰ ਕਰੋ। ਤੁਹਾਨੂੰ ਬਿਲਕੁਲ ਫ੍ਰੀ ਦੇ ਵਿੱਚ ਪ੍ਰੋਵਾਈਡ ਕਰਵਾਈ ਗਈ ਐਜੂਕੇਸ਼ਨ, ਅਤੇ ਅੱਗੇ ਵੀ ਅਸੀਂ ਜਿਹੜਾ ਹੈਗਾ ਵੀਕਲੀ ਇਹ 2 ਕਲਾਸਾਂ ਲਗਭਗ 2 ਜਾਂ ਹੋ ਸਕਦਾ ਅੱਗੇ ਤੋਂ 3 ਕਰਨ ਦੀ ਕੋਸ਼ਿਸ਼ ਕਰਾਂਗੇ। 2 ਜਾਂ 3 ਕਲਾਸਾਂ ਇਹ ਬਿਲਕੁਲ ਫ੍ਰੀ ਸਾਰਿਆਂ ਦੇ ਲਈ, ਉਹ ਬੱਚੇ ਜਿਹੜੇ ਕੋਈ ਇੰਸਟੀਟਿਊਟ ਜੁਆਇਨ ਨਹੀਂ ਕਰ ਸਕਦੇ, ਘਰਾਂ 'ਚੋਂ ਨਹੀਂ ਜਾ ਸਕਦੇ, ਜਾਂ ਹੋਰ ਵੀ ਕਿਸੇ ਵੀ ਕਾਰਨ ਨਾ ਆਰਥਿਕ ਸਮਾਜਿਕ ਜਿੰਨੇ ਵੀ ਕਾਰਨ ਆਪਾਂ ਲਾ ਲਓ, ਉਹਨਾਂ ਦੇ ਲਈ ਇਹ ਵੀਡੀਓ ਹੈਲਪਫੁੱਲ ਹੈ। ਤੁਸੀਂ ਸਾਡਾ ਚੈਨਲ ਜੇਕਰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰਿਆ ਕਰੋ। ਹੋਰ ਕੋਈ ਸੁਜੈਸ਼ਨ ਦੇਣੀ ਹੋਵੇ ਉਹ ਵੀ ਕਮੈਂਟ ਕਰਿਆ ਕਰੋ। ਟੈਲੀਗ੍ਰਾਮ ਲਿੰਕ ਹੈ ਜਿਹੜਾ ਅਤੇ ਫੇਸਬੁੱਕ ਪੇਜ ਦਾ ਜਿਹੜਾ ਲਿੰਕ ਆ ਉਹ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ, ਉੱਥੋਂ ਤੁਸੀਂ ਜਾ ਕੇ ਸਾਡੇ ਨਾਲ ਟੈਲੀਗ੍ਰਾਮ 'ਤੇ ਜੁੜ ਸਕਦੇ ਹੋ। ਏਂਸ਼ੀਅੰਟ ਹਿਸਟਰੀ ਹੈ ਜਿਹੜੀ ਪ੍ਰਾਚੀਨ ਭਾਰਤ ਦਾ ਇਤਿਹਾਸ ਹੈ ਜਿਹੜਾ, ਉਹ ਤੁਹਾਨੂੰ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਨੋਟਸ ਆ ਜਿਹੜੇ ਉਹ ਪ੍ਰੋਵਾਈਡ ਕਰਵਾਏ ਹੋਏ ਆ ਇਕੱਲੇ ਪ੍ਰਾਚੀਨ ਭਾਰਤ ਦੇ। ਠੀਕ ਹੈ ਜੀ। ਉਸ ਤੋਂ ਅੱਗੇ ਜਿਹੜਾ ਵੀ ਤੁਸੀਂ ਸਾਡੇ ਨਾਲ ਕੋਈ ਜਾਣਕਾਰੀ ਜਾਂ ਹੋਰ ਕੋਈ ਇਨਫੋਰਮੇਸ਼ਨ ਲੈਣੀ ਹੈ ਤਾਂ ਸਾਡੇ ਨਾਲ WhatsApp 'ਤੇ ਮੈਸੇਜ ਕਰ ਸਕਦੇ ਹੋ। ਸਾਨੂੰ WhatsApp ਮੈਸੇਜ ਹੈ ਜਿਹੜਾ ਨੰਬਰ ਤੁਹਾਨੂੰ ਉਹ ਡਿਸਪਲੇ 'ਤੇ ਸ਼ੋਅ ਹੋ ਰਿਹਾ ਹੋਵੇਗਾ ਅਤੇ ਲਾਸਟ ਦੇ ਵਿੱਚ ਵੀ ਸ਼ੋਅ ਦੇਵੇਗਾ। ਸੋ ਆਓ ਬਿਨਾਂ ਕਿਸੇ ਦੇਰੀ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਟੌਪਿਕ, ਜਿਹੜਾ ਪੰਜਾਬ ਦੀ ਹਿਸਟਰੀ ਦੇ ਨਾਲ ਰਿਲੇਟਡ ਹੈ। ਪੰਜਾਬ ਦੀ ਹਿਸਟਰੀ ਦੇ ਇਸ ਤੋਂ ਪਹਿਲਾਂ ਅਸੀਂ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਯਾਤਰਾਵਾਂ ਕਰ ਚੁੱਕੇ ਹਾਂ। ਅੱਜ ਕਰ ਰਹੇ ਹਾਂ ਜੀ ਆਪਾਂ ਆਪਣੇ ਦੂਜੇ ਗੁਰੂ ਅੰਗਦ ਦੇਵ ਜੀ ਨੂੰ। ਇਹਨਾਂ ਦਾ ਟਾਈਮ ਪੀਰੀਅਡ ਹੈਗਾ ਜੀ 1504 ਈਸਵੀ ਤੋਂ ਲੈ ਕੇ 1552। 1504 ਈਸਵੀ ਦੇ ਵਿੱਚ ਇਹਨਾਂ ਦਾ ਜਨਮ ਹੈ ਅਤੇ 1552 ਈਸਵੀ ਦੇ ਵਿੱਚ ਗੁਰੂ ਜੀ ਜੋਤੀ ਜੋਤ ਸਮਾਉਂਦੇ ਆ। ਗੁਰਤਾ ਗੱਦੀ ਇਹਨਾਂ ਨੂੰ ਮਿਲਦੀ ਹੈ ਜੀ 1539 ਈਸਵੀ ਦੇ ਵਿੱਚ, ਜਦੋਂ ਗੁਰੂ ਨਾਨਕ ਦੇਵ ਜੀ ਜਿਹੜੇ ਹੈਗੇ ਜੋਤੀ ਜੋਤ ਸਮਾਉਂਦੇ ਆ, ਉਹ ਇਹਨਾਂ ਨੂੰ ਗੁਰੂ ਥਾਪ ਕੇ ਜਾਂਦੇ ਆ, ਦੂਜੇ ਗੁਰੂ ਆਪਣੇ ਹੁੰਦੇ ਆ ਸਿੱਖ ਧਰਮ ਦੇ ਵਿੱਚ। ਅਤੇ 1552 ਈਸਵੀ ਤੱਕ ਦਾ ਇਹਨਾਂ ਦਾ ਇਹ ਟਾਈਮ ਹੈ। ਇਹ ਗੁਰਤਾ ਗੱਦੀ ਹੈ ਜੀ, ਗੁਰੂ ਰਹੇ, ਅਤੇ ਇਹਨਾਂ ਦਾ ਜੀਵਨ ਕਾਲ ਹੈ, ਟੋਟਲ ਜੀਵਨ ਜ਼ਿੰਦਗੀ ਜਿਉਣੀ ਹੈ। ਸੋ ਜੇਕਰ ਤੁਸੀਂ ਸਾਡਾ ਚੈਨਲ ਹਜੇ ਤੱਕ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ। ਹੁਣ ਦੇਖੋ ਜੀ, ਜਨਮ ਇਹਨਾਂ ਦਾ 31 ਮਾਰਚ 1504 ਈਸਵੀ ਨੂੰ ਹੁੰਦਾ ਹੈ ਗੁਰੂ ਅੰਗਦ ਦੇਵ ਜੀ ਦਾ। ਸਥਾਨ ਕਿਹੜਾ ਹੈ ਜੀ? ਮੁਕਤਸਰ ਸਾਹਿਬ ਤੋਂ 6 ਮੀਲ ਲਗਭਗ 14 ਕਿਲੋਮੀਟਰ ਬਣੂਗਾ। ਠੀਕ ਹੈ ਦੀ ਦੂਰੀ 'ਤੇ ਸਥਿਤ ਪਿੰਡ ਹੈਗਾ ਜੀ ਮੱਤੇ ਦੀ ਸਰਾਏ। ਮੱਤੇ ਦੀ ਸਰਾਏ ਦੇ ਸਥਾਨ 'ਤੇ ਜਿਹੜਾ ਹੈਗਾ ਇਹਨਾਂ ਦਾ ਜਨਮ ਹੁੰਦਾ ਹੈ ਗੁਰੂ ਅੰਗਦ ਦੇਵ ਜੀ ਦਾ। ਇਹਨਾਂ ਦੇ ਪਿਤਾ ਦਾ ਨਾਂ ਹੈਗਾ ਜੀ ਫੇਰੂਮਲ, ਮਾਤਾ ਦਾ ਨਾਂ ਦਇਆਵੰਤੀ ਜਾਂ ਸਭਰਾਈ ਦੇਵੀ, ਇਹ ਦੋਨਾਂ ਨਾਵਾਂ ਦੇ ਨਾਲ ਜਾਣਿਆ ਜਾਂਦਾ। ਦਇਆਵੰਤੀ ਨੂੰ ਜ਼ਿਆਦਾ ਇਤਿਹਾਸਕਾਰ ਮੰਨਦੇ ਆ, ਜ਼ਿਆਦਾ ਵਰਤਦੇ ਆ ਇਹ ਨਾਮ ਨੂੰ। ਤਿਰਹਾਣ ਜਾਤੀ ਨਾਲ ਸੰਬੰਧਿਤ ਸੀ, ਖੱਤਰੀ ਪਰਿਵਾਰ ਦੇ ਵਿੱਚੋਂ ਸੀਗੇ ਜੀ ਇਹ ਗੁਰੂ ਅੰਗਦ ਦੇਵ ਜੀ। ਅਤੇ ਇਹਨਾਂ ਦਾ ਬਚਪਨ ਦਾ ਜਾਂ ਕਹਿ ਲਓ ਮੁੱਢਲਾ ਨਾਮ ਸੀਗਾ ਭਾਈ ਲਹਿਣਾ ਜੀ। ਠੀਕ ਹੈ ਜੀ। ਅੱਗੇ ਹੈ ਜੀ ਇਹਨਾਂ ਦਾ ਵਿਆਹ 15 ਸਾਲ ਦੀ ਉਮਰ ਦੇ ਵਿੱਚ ਖਡੂਰ ਸਾਹਿਬ ਦੇ ਵਸਨੀਕ ਦੇਵੀ ਚੰਦ ਦੀ ਪੁੱਤਰੀ ਬੀਬੀ ਖੀਵੀ ਦੇ ਨਾਲ ਹੁੰਦਾ ਹੈ। ਮਾਤਾ ਖੀਵੀ ਜਾਂ ਬੀਬੀ ਖੀਵੀ ਦੇ ਨਾਂ ਨਾਲ ਸਿੱਖ ਧਰਮ ਦੇ ਵਿੱਚ ਮਸ਼ਹੂਰ ਹੁੰਦੇ ਆ ਇਹ। ਅਤੇ ਇਹਨਾਂ ਦੇ ਘਰ 2 ਪੁੱਤਰ ਜਨਮ ਲੈਂਦੇ ਆ, ਦਾਤੂ ਅਤੇ ਦਾਸੂ, ਅਤੇ 2 ਪੁੱਤਰੀਆਂ ਬੀਬੀ ਅਮਰੋ ਅਤੇ ਬੀਬੀ ਅਨੋਖੀ। ਸਿੱਖ ਇਤਿਹਾਸ ਦੇ ਵਿੱਚ ਜਿਹੜਾ ਹੈਗਾ ਇਹਨਾਂ ਦਾ ਵੀ ਮਹੱਤਵਪੂਰਨ ਯੋਗਦਾਨ ਰਿਹਾ, ਖਾਸ ਕਰਕੇ ਬੀਬੀ ਅਮਰੋ ਅਤੇ ਬੀਬੀ ਅਨੋਖੀ ਅਤੇ ਮਾਤਾ ਖੀਵੀ ਦਾ ਖਡੂਰ ਸਾਹਿਬ ਦੇ ਵਿੱਚ ਲੰਗਰ ਪ੍ਰਥਾ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ। ਗੁਰੂ ਘਰ ਦੀਆਂ ਇਹਨਾਂ
ਸਿੰਘਣੀਆਂ ਦਾ, ਇਹਨਾਂ ਇਸਤਰੀਆਂ ਦਾ। 1539 ਈਸਵੀ ਦੇ ਵਿੱਚ ਜਿਹੜੇ ਹੈਗੇ ਜੀ ਗੁਰੂ ਨਾਨਕ ਦੇਵ ਜੀ ਨੇ ਆਪ ਜੀ ਨੂੰ ਗੁਰਤਾ ਗੱਦੀ ਜਿਹੜੀ ਹੈਗੀ ਉਹ ਬਖਸ਼ਿਸ਼ ਕੀਤੀ ਹੈ, ਅਤੇ ਆਪ ਜੀ ਦਾ ਨਾਮ ਭਾਈ ਲਹਿਣੇ ਤੋਂ ਅੰਗਦ ਰੱਖ ਦਿੱਤਾ। ਅੰਗਦ ਦਾ ਨਾਮ ਹੈਗਾ ਜੀ ਆਪ ਦਾ ਹੀ ਅੰਗ, ਆਪ ਦਾ ਹਿੱਸਾ, ਭਾਵ ਗੁਰੂ ਦਾ ਅੰਗ ਜਾਂ ਗੁਰੂ ਦਾ ਹੀ ਹਿੱਸਾ। ਸੋ ਅੱਗੇ ਦੇਖੋ ਜੀ, ਆਪ ਜੀ ਨੇ ਲੰਡਾ ਲਿਪੀ ਹੈ ਜਿਹੜੀ, ਪਹਿਲਾਂ ਲੰਡਾ ਲਿਪੀ ਚੱਲਦੀ ਸੀ, ਲੰਡਾ ਲਿਪੀ ਨੂੰ ਸੋਧ ਕੇ ਨਵਾਂ ਰੂਪ ਦਿੱਤਾ ਅਤੇ ਇਸ ਲਿਪੀ ਨੂੰ ਗੁਰਮੁਖੀ ਲਿਪੀ ਦੇ ਨਾਂ ਨਾਲ ਜਾਣਿਆ ਜਾਣ ਲੱਗਿਆ। ਆਪ ਜੀ ਨੇ ਇਸ ਲਿਪੀ ਦੇ ਵਿੱਚ ਬਾਵਲ ਅੱਖਰ, ਆਪਾਂ ਕਹਿ ਸਕਦੇ ਹਾਂ ਕਿ ਨਾਣਾ, ਯਈਆਂ ਅਤੇ ਨਈਆਂ, ਇਹ ਜੋੜੇ ਹੈ, ਇਹਨਾਂ ਦੀ ਕਾਢ ਕੱਢੀ ਹੈ ਉਚਾਰਨ ਦੇ ਵਿੱਚ, ਠੀਕ ਹੈ ਜੀ, ਗੁਰਬਾਣੀ ਉਚਾਰਨ ਦੇ ਵਿੱਚ, ਅਤੇ ਜਾਂ ਹੋਰ ਇਹਨਾਂ ਨੂੰ ਭਾਵ ਉਹਨਾਂ ਨੇ ਬਾਵਲ ਅੱਖਰ ਦੇ ਵਿੱਚ ਜੋੜਿਆ। ਦੂਜਾ ਕੀ ਹੈ, ਇਹਨਾਂ ਨੇ ਵਰਨਮਾਲਾ ਤਿਆਰ ਕੀਤੀ ਹੈ ਨਾ, ਜਿਹੜੀ ਆਪਣੀ ਊੜਾ ਆੜਾ, ਊੜੇ ਤੋਂ ਲੈ ਕੇ ਅੜਾੜੇ ਤੱਕ, ਇਹ ਵਰਨਮਾਲਾ ਜਿਹੜੀ ਇਹਨੂੰ ਤਿਆਰ ਕਰਨ ਵਾਲੇ ਗੁਰੂ ਅੰਗਦ ਦੇਵ ਜੀ ਹੈ। ਬਹੁਤ ਵੱਡਾ ਯੋਗਦਾਨ ਹੈ ਗੁਰਮੁਖੀ ਲਿਪੀ ਨੂੰ ਲੈਅਬੱਧ ਕਰਨ ਦੇ ਵਿੱਚ ਗੁਰੂ ਜੀ ਦਾ। ਆਪ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਸਮੁੱਚੀ ਬਾਣੀ ਹੈ ਜਿਹੜੀ ਉਹ ਇਕੱਤਰ ਕੀਤੀ, ਅਤੇ ਖੁਦ ਵੀ ਗੁਰੂ ਨਾਨਕ ਦੇਵ ਜੀ ਦੇ ਨਾਂ ਹੇਠ ਬਾਣੀ ਰਚੀ। ਵੈਸੇ ਜਿੰਨੇ ਵੀ ਗੁਰੂਆਂ ਨੇ ਬਾਣੀ ਰਚੀ ਹੈ ਉਹ ਗੁਰੂ ਨਾਨਕ ਦੇਵ ਜੀ ਨੂੰ ਹੀ ਸਮਰਪਿਤ ਲਿਖੀ ਹੈ, ਗੁਰੂ ਨਾਨਕ ਦੇਵ ਜੀ ਦੇ ਨਾਂ ਹੇਠ ਹੀ ਲਿਖੀ ਹੈ। ਸੋ ਇਹ ਪਹਿਲੇ ਗੁਰੂ ਸੀਗੇ ਭਾਈ ਲਹਿਣਾ ਜੀ, ਗੁਰੂ ਅੰਗਦ ਦੇਵ ਜੀ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਨਾਮ ਹੇਠਾਂ ਜਿਹੜੀ ਬਾਣੀ ਲਿਖਣ ਦੀ ਸ਼ੁਰੂਆਤ ਕੀਤੀ। 1540 ਈਸਵੀ ਦੇ ਵਿੱਚ ਜਿਹੜੀ ਹੈਗੀ ਆਪ ਜੀ ਦੀ ਮੁਲਾਕਾਤ ਹਮਾਯੂ ਦੇ ਨਾਲ ਹੁੰਦੀ ਹੈ। ਹਮਾਯੂ ਕੌਣ ਹੈ ਜੀ? ਬਾਬਰ ਦਾ ਬੇਟਾ। ਜਦੋਂ ਇਹਦੇ ਜਿਹੜਾ ਹੈਗਾ ਰਾਜ ਕਾਲ ਦੇ ਵਿੱਚ ਹਮਾਯੂ ਨੂੰ ਭਾਵ ਗੱਦੀਓਂ ਉਖਾੜਨ ਦੀ ਕੋਸ਼ਿਸ਼ ਕਰਦਾ ਨਾ ਸ਼ੇਰ ਸ਼ਾਹ ਸੂਰੀ ਦੇ ਨਾਲ ਯੁੱਧ, ਉਹ ਸਾਰੇ ਵਾਰਤਾਲਾਪ ਜਿਹੜਾ ਤੁਸੀਂ ਮੱਧ ਕਾਲ ਦੇ ਵਿੱਚ ਪੜ੍ਹਿਆ ਹੋਊਗਾ ਹਿਸਟਰੀ ਦੇ ਵਿੱਚ, ਤਾਂ ਉਸੇ ਟਾਈਮ 'ਤੇ 1540 ਈਸਵੀ ਦੇ ਵਿੱਚ ਜਿਹੜਾ ਹੈਗਾ ਹਮਾਯੂ ਨਾਲ ਇਹਨਾਂ ਦੀ ਮੁਲਾਕਾਤ ਹੁੰਦੀ ਹੈ। ਹਮਾਯੂ ਇਹਨਾਂ ਨੂੰ ਮਿਲਣ ਆਉਂਦਾ ਗੁਰੂ ਜੀ ਨੂੰ। ਆਪ ਜੀ ਨੇ ਖਡੂਰ ਸਾਹਿਬ ਤੋਂ 6 ਮੀਲ ਦੀ ਦੂਰੀ 'ਤੇ ਗੋਇੰਦਵਾਲ ਨਗਰ ਦੀ ਨੀਂਹ ਰੱਖੀ ਹੈ। ਇਹ ਕੁਐਸਚਨ ਆ ਜਾਂਦਾ ਹੁੰਦਾ, ਧਿਆਨ 'ਚ ਰੱਖਿਓ। ਗੋਇੰਦਵਾਲ ਨਗਰ ਦੀ ਨੀਂਹ ਕਿਸ ਨੇ ਰੱਖੀ ਹੈ? ਭਾਈ ਲਹਿਣਾ ਜੀ ਨੇ, ਗੁਰੂ ਅੰਗਦ ਦੇਵ ਜੀ ਨੇ। ਗੁਰੂ ਅੰਗਦ ਦੇਵ ਜੀ ਨੇ ਗੋਇੰਦਵਾਲ ਨਗਰ ਦੀ ਨੀਂਹ ਰੱਖੀ ਹੈ, ਜਿਹੜਾ ਕਿ ਖਡੂਰ ਸਾਹਿਬ ਤੋਂ 6 ਮੀਲ ਅਤੇ ਲਗਭਗ 14 ਕਿਲੋਮੀਟਰ ਦੂਰੀ 'ਤੇ ਹੈ। ਉਹ ਸਾਰੀ ਦਾ ਕੰਮ ਵੀ ਸ਼ੁਰੂ ਕੀਤਾ ਇੱਥੇ, ਅਤੇ ਇਸ ਕੰਮ ਦੀ ਦੇਖਭਾਲ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਅਮਰਦਾਸ ਜੀ ਦੀ ਸੀ। ਸੌਰੀ, ਭਾਵ ਕੀ ਹੈ, ਜਿਹੜਾ ਇੱਥੇ ਸਟਰਕਚਰ ਦਾ ਕੰਮ ਚੱਲ ਰਿਹਾ ਸੀ ਉਹ ਸਾਰੀ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਗੁਰੂ ਅਮਰਦਾਸ ਜੀ ਦੀ ਸੀ। ਇੱਥੇ ਉਹਨਾਂ ਦਾ ਨਾਮ ਇਕੱਲਾ ਅਮਰਦਾਸ ਹੈ, ਇੱਥੇ ਹਜੇ ਗੁਰੂ ਨਹੀਂ ਬਣੇ ਹੈ ਨਾ, ਹਜੇ ਉਹਨਾਂ ਨੂੰ ਗੁਰਤਾ ਗੱਦੀ ਨਹੀਂ ਮਿਲੀ ਹੋਈ। ਇੱਕ ਸੇਵਕ ਹੈ, ਗੁਰੂ ਦੇ ਸੱਚੇ ਸੇਵਕ ਹੈ। ਆਪ ਜੀ ਨੇ ਸਮਾਜਿਕ ਬੁਰਾਈਆਂ ਦਾ ਖੰਡਨ ਕੀਤਾ ਹੈ, ਸੰਗਤ ਤੇ ਪੰਗਤ ਦੇ ਸਿਧਾਂਤ ਨੂੰ ਚੱਲਦਾ ਰੱਖਿਆ। ਸਮਾਜਿਕ ਬੁਰਾਈਆਂ ਦੇਖੋ ਜੀ, ਜਿਵੇਂ ਸਤੀ ਪ੍ਰਥਾ ਹੋ ਗਈ, ਬਾਲ ਵਿਆਹ ਹੋ ਗਿਆ, ਠੀਕ ਹੈ ਜੀ, ਤੇ ਪਰਦਾ ਪ੍ਰਥਾ ਹੋ ਗਈ, ਜਾਤ ਪਾਤ ਹੋ ਗਈ, ਛੂਆ-ਛਾਤ ਹੋ ਗਿਆ, ਠੀਕ ਹੈ। ਇਹ ਸਾਰੀਆਂ ਸਮਾਜਿਕ ਬੁਰਾਈਆਂ ਦਾ ਜਿਹੜਾ ਉਹਨਾਂ ਨੇ ਆਪਦੇ ਵਿਚਾਰਾਂ ਦੇ ਵਿੱਚ ਖੰਡਨ ਕੀਤਾ ਹੈ। ਆਪ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦਾ ਪ੍ਰਚਾਰ ਕੀਤਾ। ਉਹਨਾਂ ਨੇ ਜਿਹੜੇ ਯਾਤਰਾਵਾਂ 'ਤੇ ਜਾਂ ਉਹਨਾਂ ਨੇ ਜਿਹੜੇ ਬਾਣੀ ਰਾਹੀਂ ਮੈਸੇਜ ਦਿੱਤੇ ਲੋਕਾਂ ਨੂੰ, ਉਹਨਾਂ ਦਾ ਪ੍ਰਚਾਰ ਕੀਤਾ ਆਪ ਜੀ ਨੇ। 29 ਮਾਰਚ 1552 ਈਸਵੀ ਨੂੰ ਜਿਹੜੇ ਹੈਗੇ ਗੁਰੂ ਅੰਗਦ ਦੇਵ ਜੀ, ਉਹਨਾਂ ਨੇ ਉੱਤਰਾਧਿਕਾਰੀ ਵਜੋਂ ਭਾਈ ਅਮਰਦਾਸ ਨੂੰ ਜਿਹੜੀ ਹੈਗੀ ਗੁਰਤਾ ਗੱਦੀ ਬਖਸ਼ਿਸ਼ ਕੀਤੀ, ਅਤੇ ਜਿਹੜੇ ਖੁਦ ਜੋਤੀ ਜੋਤ ਸਮਾ ਗਏ। 29 ਮਾਰਚ 1552 ਈਸਵੀ ਨੂੰ ਹੀ ਆਪ ਜੀ ਜਿਹੜੇ ਹੈਗੇ ਆ ਜੋਤੀ ਜੋਤ ਸਮਾ ਗਏ। ਸੋ ਇਹ ਬਹੁਤ ਹੀ ਮਹਾਨ ਕਾਰਜ ਉਹਨਾਂ ਨੇ ਕੀਤੇ ਸੀਗੇ ਨਾ, ਇੱਕ ਤਾਂ ਗੁਰਮੁਖੀ ਲਿਪੀ ਦਾ ਅਤੇ ਦੂਜਾ ਸਮਾਜਿਕ ਬੁਰਾਈਆਂ ਦਾ ਖੰਡਨ ਕੀਤਾ। ਹੁਣ ਦੇਖੋ, ਜੇ ਆਪਾਂ ਕੋਈ ਵੀ ਆਈਡੀਓਲੋਜੀ ਤੁਸੀਂ ਦੇਖੋਗੇ ਜਾਂ ਕੋਈ ਵੀ ਜਿਹੜੀ ਵਿਚਾਰਧਾਰਾ ਹੈ ਉਹ ਉਤਪੰਨ ਕਿਵੇਂ ਹੁੰਦੀ ਹੈ। ਵਿਚਾਰਧਾਰਾ ਦਾ ਉਤਪੰਨ ਹੋਣ ਦਾ ਪਹਿਲਾ ਕਾਰਨ ਕੀ ਹੈ? ਇੱਕ ਤਾਂ ਮੌਜੂਦਾ ਹਾਲਾਤਾਂ ਦੇ ਨਾਲ ਟਕਰਾਉਣਾ ਹੁੰਦਾ ਉਹਨੇ। ਨਵੀਂ ਵਿਚਾਰਧਾਰਾ ਜਦੋਂ ਕੋਈ ਵੀ ਜਿਹੜੀ ਹੈਗੀ ਹੈ ਉਤਪੰਨ ਹੁੰਦੀ ਹੈ, ਇੱਕ ਤਾਂ ਮੌਜੂਦਾ ਹਾਲਾਤ ਦੇ ਨਾਲ ਉਹਨੇ ਟਕਰਾਉਣਾ ਹੁੰਦਾ ਹੈ, ਠੀਕ ਹੈ ਜੀ। ਫਿਰ ਦੂਜਾ ਉਹਦਾ ਅਲਟਰਨੇਟਿਵ ਦੇਣਾ ਹੁੰਦਾ ਹੈ ਨਾ, ਅਲਟਰਨੇਟਿਵ ਦੇਣਾ ਹੁੰਦਾ ਹੈ ਵੀ ਇਹਦੇ ਬਦਲੇ ਹੋਰ ਕੀ ਹੈ ਨਾ। ਜੇ ਮੰਨ ਲਓ ਹੁਣ ਤੁਹਾਡੇ ਹੈਗੀਆਂ, ਆਪਾਂ ਕਹਿ ਸਕਦੇ ਹਾਂ ਕਿ ਸਤੀ ਪ੍ਰਥਾ ਹੈ, ਬਾਲ ਵਿਆਹ ਹੈ ਨਾ, ਪਰਦਾ ਪ੍ਰਥਾ ਹੈ, ਤਾਂ ਉਹਦੇ ਬਦਲੇ ਹੋਰ ਕੀ ਸਿਧਾਂਤ ਦੇ ਰਹੇ ਹੈ ਨਾ। ਅਤੇ ਤੀਜਾ ਹੁੰਦਾ ਜੀ, ਸਮਾਜ ਦੇ ਵਿੱਚ ਜਿਹੜੀ ਹੈਗੀ ਹੈ ਇੱਕ ਸੋਝ ਪੈਦਾ ਕਰਨੀ ਹੁੰਦੀ ਹੈ ਨਾ, ਸਮਾਜ ਨੂੰ ਸੋਧਣਾ ਹੁੰਦਾ, ਸਮਾਜ ਦੇ ਵਿੱਚ ਵਿਚਾਰਾਂ ਦੇ ਤੌਰ 'ਤੇ ਜਿਹੜੀ ਹੈਗੀ ਹੈ ਇੱਕ ਨਵੀਂ ਵਿਰਤੀ ਪੈਦਾ ਕਰਨੀ ਹੁੰਦੀ ਹੈ। ਤਾਂ ਇਹ ਹੁਣ ਜਿਹੜੇ ਮੌਜੂਦਾ ਹਾਲਾਤ ਇਹਨਾਂ ਨੂੰ ਟੱਕਰ ਕਿਹਨੇ ਦਿੱਤੀ ਸੀ? ਗੁਰੂ ਨਾਨਕ ਦੇਵ ਜੀ ਨੇ ਦਿੱਤੀ। ਸਾਰੇ ਗੁਰੂਆਂ ਨੇ ਟੱਕਰ ਹੈ, ਪਰ ਗੁਰੂ ਨਾਨਕ ਦੇਵ ਜੀ ਨੇ ਇਹਦੀ ਸ਼ੁਰੂਆਤ ਕਰਤੀ ਸੀ,
ਠੀਕ ਹੈ ਜੀ। ਅਤੇ ਨਾਲ ਦੀ ਨਾਲ ਉਹਦਾ ਅਲਟਰਨੇਟਿਵ ਦੇਣ ਲੱਗ ਗਏ ਫਿਰ ਗੁਰੂ ਅੰਗਦ ਦੇਵ, ਫਿਰ ਗੁਰੂ ਅਮਰਦਾਸ ਜੀ। ਅਤੇ ਆਉਂਦਾ ਆਉਂਦਾ ਇੱਕ ਟਾਈਮ ਉਹ ਆ ਗਿਆ ਕਿ ਖਾਲਸਾ ਪੰਥ ਦੀ ਸਾਜਨਾ ਹੋ ਗਈ ਹੈ ਨਾ 1699 ਈਸਵੀ ਦੇ ਵਿੱਚ। ਅਤੇ ਸਮਾਜ ਨੂੰ ਸੇਧ ਨਾਲ ਦੀ ਨਾਲ ਦੇਈ ਗਏ ਵੀ ਭਾਈ ਤੁਹਾਨੂੰ ਇਹਦਾ ਇਹ ਨੁਕਸਾਨ ਹੋਊਗਾ, ਜੇ ਤੁਸੀਂ ਐਵੇਂ ਕਰਦੇ ਹੋ ਤਾਂ ਉਹਦਾ ਇਹ ਨੁਕਸਾਨ ਹੋਊਗਾ, ਜੇ ਤੁਹਾਡੇ 'ਚ ਬੁਰਾਈ ਹੈ ਤਾਂ ਉਹਦੇ ਤੁਹਾਨੂੰ ਉਹਦੀਆਂ ਇਹ ਡੀਮੈਰਿਟਸ ਹੈ ਨਾ, ਉਹਦੇ ਤੁਹਾਨੂੰ ਨੁਕਸਾਨ ਹੈ ਅਤੇ ਤੁਹਾਨੂੰ ਇਹ ਕੰਮ ਦੇ ਫਾਇਦੇ ਹੈ। ਸਮਾਜਿਕ ਜਿਹੜੀ ਸੋਧ ਹੈ ਇਹ ਸਾਰੇ ਗੁਰੂਆਂ ਨੇ ਦਿੱਤੀ, ਜਿਹਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਨੇ ਕੀਤੀ। ਇਹ ਸਾਰੇ ਵਿਚਾਰਾਂ ਦੀ ਸ਼ੁਰੂਆਤ ਹੈ ਜਿਹੜੀ, ਉਹਨੂੰ ਕਰਨ ਵਾਲੇ ਕੌਣ ਸੀਗੇ ਜੀ? ਨਾਨਕ ਦੇਵ ਜੀ ਸੀਗੇ, ਠੀਕ ਹੈ ਜੀ, ਨਾਨਕ ਦੇਵ ਜੀ ਸੀਗੇ। ਅਤੇ ਇਹਨੂੰ ਇਸੇ ਵਿਚਾਰਧਾਰਾ ਨੂੰ ਚੱਲਦਾ ਰੱਖਿਆ ਅੱਗੇ ਗੁਰੂ ਅੰਗਦ ਦੇਵ ਜੀ ਨੇ, ਗੁਰੂ ਅਮਰਦਾਸ ਜੀ ਨੇ, ਗੁਰੂ ਰਾਮਦਾਸ ਜੀ ਨੇ, ਗੁਰੂ ਅਰਜਨ ਦੇਵ ਜੀ ਨੇ, ਗੁਰੂ ਹਰਗੋਬਿੰਦ ਜੀ ਨੇ, ਗੁਰੂ ਹਰਰਾਏ ਜੀ ਨੇ, ਹਰਕ੍ਰਿਸ਼ਨ ਜੀ ਨੇ, ਗੁਰੂ ਤੇਗ ਬਹਾਦਰ ਜੀ ਨੇ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ। ਸੋ ਇਹ ਇੱਕ ਵਿਚਾਰ ਸੀ ਜਿਹੜੇ ਹੁਣ ਦੇਖੋ ਇੱਕ ਵਿਚਾਰਤਾ ਪੈਦਾ ਕਰਤੇ, ਇੱਕ ਸੋਚ ਅਤੇ ਸਿਧਾਂਤ ਦੇਤੀ, ਇੱਕ ਲਹਿ ਦੇਤਾ, ਇੱਕ ਨਜ਼ਰੀਆ ਦੇਤਾ। ਅਤੇ ਉਹਦੇ 'ਤੇ ਅੱਗੇ ਉਹਦੇ ਵਿੱਚ ਜਿਹੜੀਆਂ ਹੋਰ ਕਹਿ ਲਓ ਜਾਂ ਉਹਦੇ ਵਿੱਚ ਉਹਨੂੰ ਟੱਕਰ ਦੇਣ ਵਾਲੀਆਂ ਨਾ, ਜਾਂ ਉਹਨੂੰ ਹੋਰ ਖੋਜਣ ਵਾਲੀਆਂ ਗੱਲਾਂ ਸੀ, ਉਹਨੂੰ ਕੀਤਾ ਗੁਰੂ ਅੰਗਦ ਦੇਵ ਜੀ ਨੇ। ਗੁਰੂ ਅੰਗਦ ਦੇਵ ਜੀ ਨੇ ਸਭ ਤੋਂ ਵੱਡਾ ਕੰਮ ਕੀ ਕੀਤਾ? ਗੁਰਮੁਖੀ ਲਿਪੀ ਦਾ, ਕਿ ਜੇ ਭਾਸ਼ਾ ਲੋਕਾਂ ਦੇ ਸਮਝ ਦੇ ਵਿੱਚ ਹੋਊਗੀ, ਭਾਸ਼ਾ ਸੁਹਿਰਦ ਹੋਊਗੀ, ਟਿਕੀ ਹੋਈ ਭਾਸ਼ਾ ਹੋਊਗੀ, ਸੌਖੀ ਭਾਸ਼ਾ ਹੋਊਗੀ, ਤਾਂ ਲੋਕਾਂ ਨੂੰ ਇਹ ਵਿਚਾਰ ਆ ਜਿਹੜੇ ਉਹ ਸਮਝਾਉਣੇ ਔਖੇ ਨਹੀਂ ਹੋਣਗੇ। ਹੁਣ ਸੰਸਕ੍ਰਿਤ ਤੋਂ ਤਾਂ ਕਦੋਂ ਦਾ ਬਾਹਰ ਆ ਗਿਆ ਸੀ ਨਾ ਆਪਣਾ ਮੁਲਕ, ਤਾਂ ਕਈ ਭਾਸ਼ਾਵਾਂ ਉਪ ਭਾਸ਼ਾਵਾਂ ਦੇ ਵਿੱਚ ਵੰਡਿਆ ਗਿਆ ਸੀ। ਤਾਂ ਇਸੇ ਤਰ੍ਹਾਂ ਜਿਹੜਾ ਹੈਗਾ ਇਹ ਆਈਡੀਓਲੋਜੀ ਹੈ ਜਿਹੜੀ ਇੱਕ ਬਹੁਤ ਵੱਡੀ ਵਿਚਾਰਧਾਰਾ ਜਿਹੜੀ ਉਹ ਉਤਪੰਨ ਹੁੰਦੀ ਹੈ, ਜਿਹਨੂੰ ਡਿਵੈਲਪ ਕਰਨ ਦੇ ਵਿੱਚ ਖਾਸ ਤੌਰ 'ਤੇ ਡਿਵੈਲਪ ਜੇ ਕੀਤਾ ਗੁਰੂ ਨਾਨਕ ਦੇਵ ਜੀ ਤੋਂ ਬਾਅਦ 'ਚ ਭਾਈ ਗੁਰੂ ਅੰਗਦ ਦੇਵ ਜੀ ਨੇ ਭਾਸ਼ਾ ਦੇ ਰੂਪ 'ਚ, ਅਤੇ ਗੁਰੂ ਅਮਰਦਾਸ ਅਤੇ ਗੁਰੂ ਰਾਮਦਾਸ ਜੀ ਨੇ ਸਮਾਜਿਕ ਰੀਤਾਂ ਰਿਵਾਜਾਂ ਦੇ ਰੂਪ 'ਚ ਬਹੁਤ ਵੱਡੀ ਡਿਵੈਲਪਮੈਂਟ ਦਿੱਤੀ ਹੈ। ਇੱਕ ਤਰ੍ਹਾਂ ਨਾਲ ਬਿਲਕੁਲ ਵੱਖਰਾ ਕਰਤਾ ਉਹ ਸਿੱਖ ਧਰਮ ਜਿਹੜਾ ਦੂਜੇ ਧਰਮਾਂ ਦੇ ਨਾਲ ਕਿਸੇ ਤਰ੍ਹਾਂ ਨਾਲ ਰਲਿਆ ਮਿਲਿਆ ਜਾਂ ਉਹਨਾਂ ਵਰਗਾ ਜਾਪਦਾ ਹੁੰਦਾ ਸੀ ਨਾ। ਗੁਰੂ ਨਾਨਕ ਦੇਵ ਜੀ ਨੇ ਇੱਕ ਸਿਧਾਂਤ ਦੇ ਤੇ ਉਹਨਾਂ ਨੇ ਪਹਿਲਾਂ ਵਿਚਾਰਕ ਤੌਰ 'ਤੇ ਵੱਖਰਾ ਕਰਤਾ, ਅਤੇ ਫਿਰ ਉਹਨੂੰ ਪ੍ਰੈਕਟੀਕਲ ਤੌਰ 'ਤੇ ਜਿਹੜਾ ਹੈਗਾ ਵੱਖਰਾ ਕਰਨ ਦੇ ਵਿੱਚ ਸਮਾਜਿਕ ਬੁਰਾਈਆਂ ਦਾ ਖੰਡਨ ਕੀਤਾ ਲਾ ਲਓ, ਜਾਂ ਉਹਨਾਂ ਨੇ ਲਾਵਾਂ ਦੀ ਰਚਨਾ ਕੀਤੀ, ਜਾਂ ਉਹਨਾਂ ਨੇ ਆਨੰਦ ਸਾਹਿਬ ਦੀ ਰਚਨਾ ਕੀਤੀ, ਠੀਕ ਹੈ, ਜਾਂ ਦਿਨ ਤਿਉਹਾਰ ਹੈ ਜਿਹੜੇ ਉਹ ਮਨਾਉਣੇ ਸ਼ੁਰੂ ਕੀਤੇ। ਸੋ ਇਹ ਪਾਲਿਸੀਆਂ ਸੀ ਜਿਹੜੀਆਂ ਨੀਤੀਆਂ ਸੀ, ਇਹਨੂੰ ਬਹੁਤ ਹੀ ਬਾਖੂਬੀ ਨਿਭਾਇਆ ਪਹਿਲੇ 4-5 ਗੁਰੂਆਂ ਨੇ। ਤਾਂ ਇਹਦੇ ਵਿੱਚ ਇਹਨੂੰ ਭਾਵ ਇੱਕ ਤਰ੍ਹਾਂ ਨੇ ਇੰਨੀ ਤਕੜੀ ਜੜ ਦੇਤੀ ਕਿ ਮੁੜ ਕੇ ਉਹ ਜੜ ਆ ਜਿਹੜੀ ਉਹ ਵੇਖੋ ਇੱਕ ਬਹੁਤ ਵੱਡਾ ਬੋਰਡ ਬਣ ਗਈ ਹੈ ਨਾ। ਅਤੇ ਇੱਥੋਂ ਤੱਕ ਉਹਦੀਆਂ ਜੜ੍ਹਾਂ ਉੱਠ ਗਈਆਂ ਕਿ ਅੱਜ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਜਿਹੜਾ ਸਿੱਖ ਧਰਮ ਹੈ ਅਤੇ ਸਿੱਖ ਆਈਡੀਓਲੋਜੀ ਹੈ ਉਹ ਚੱਲ ਰਹੀ ਹੈ। ਸੰਗਤ ਅਤੇ ਪੰਗਤ ਦਾ ਸਿਧਾਂਤ ਜਿਹੜਾ ਡਿਵੈਲਪ ਕੀਤਾ ਸਭ ਤੋਂ ਬਹੁਤ ਵੱਡਾ ਯੋਗਦਾਨ ਹੈ ਜਿਹੜਾ ਅੱਜ ਵੀ ਅਜੋਕੇ ਦੌਰ ਦੇ ਵਿੱਚ ਵੀ ਚੱਲ ਰਿਹਾ ਹੈ ਨਾ। ਅੱਗੇ ਚਲੋ, ਅੱਗੇ ਹੈਗੇ ਜੀ ਸਾਡੇ ਗੁਰੂ ਅਮਰਦਾਸ ਜੀ। ਗੁਰੂ ਅਮਰਦਾਸ ਜੀ ਦਾ ਜਿਹੜਾ ਟਾਈਮ ਪੀਰੀਅਡ ਹੈਗਾ ਜੀ ਉਹ ਹੈਗਾ 1479 ਤੋਂ 1574 ਈਸਵੀ ਤੱਕ ਦਾ। ਗੁਰੂ ਰਹੇ ਹੈ ਜੀ 1552 ਤੋਂ 1574 ਈਸਵੀ ਤੱਕ ਜਿਹੜਾ ਹੈਗਾ ਇਹਨਾਂ ਦਾ ਗੁਰਤਾ ਕਾਲ ਹੈ। 5 ਮਈ 1479 ਈਸਵੀ ਨੂੰ ਗੁਰੂ ਅਮਰਦਾਸ ਜੀ ਦਾ ਜਨਮ ਹੁੰਦਾ ਹੈ। ਸਥਾਨ ਹੈਗਾ ਜੀ ਬਾਸਰਕੇ, ਅੰਮ੍ਰਿਤਸਰ ਦੇ ਸਥਾਨ 'ਤੇ ਜ਼ਿਲ੍ਹੇ ਦੇ ਵਿੱਚ। ਪਿਤਾ ਦਾ ਨਾਂ ਤੇਜਭਾਨ ਹੈ ਅਤੇ ਮਾਤਾ ਦਾ ਨਾਂ ਹੈਗਾ ਜੀ ਸੁਲੱਖਣੀ। 24 ਸਾਲ ਦੀ ਉਮਰ ਦੇ ਵਿੱਚ ਸ਼੍ਰੀ ਦੇਵੀ ਚੰਦ ਦੀ ਸਪੁੱਤਰੀ ਬੀਬੀ ਰਾਮ ਕੌਰ ਦੇ ਨਾਲ ਇਹਨਾਂ ਦੀ, ਜਾਂ ਰਾਮ ਦੇਵੀ ਦੇ ਨਾਲ ਇਹਨਾਂ ਦੀ ਜਿਹੜੀ ਕਿ ਸ਼ਾਦੀ ਹੁੰਦੀ ਹੈ, ਇਹਨਾਂ ਦੀ ਮੈਰਿਜ ਹੁੰਦੀ ਹੈ। ਅਤੇ ਇਹਨਾਂ ਦੇ ਘਰ ਜਿਹੜੇ ਪੁੱਤਰ ਜਨਮ ਲੈਂਦੇ ਆ ਬਾਬਾ ਮੋਹਣ ਅਤੇ ਬਾਬਾ ਮੋਹਰੀ। ਇਤਿਹਾਸਕ ਪੱਖੋਂ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਹੂਗਾ, ਅੱਗੇ ਜਾ ਕੇ ਕਰਾਂਗੇ। ਬੀਬੀ ਦਾਨੀ ਅਤੇ ਬੀਬੀ ਭਾਨੀ, ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਬੀਬੀ ਭਾਨੀ ਦਾ। ਸੋ ਅੱਗੇ ਦੇਖੋ ਜੀ ਗੁਰਤਾ ਗੱਦੀ। ਇੱਥੋਂ ਹੀ ਹੁਣ ਤੁਸੀਂ ਜਿਹੜੇ ਗੁਰੂ ਅਮਰਦਾਸ ਜੀ ਹੈ ਨਾ, ਗੁਰੂਆਂ ਦੇ ਰਿਸ਼ਤੇ ਹੈ ਨਾ, ਕਈ ਵਾਰੀ ਆਪਣੇ ਜਿਹੜੇ ਹੈਗੇ ਆ ਗੁਰੂ ਕਾਲ ਦੇ ਰਿਸ਼ਤੇ ਨਾਲ ਰਿਲੇਟਡ ਤੁਹਾਨੂੰ ਕੁਐਸਚਨ ਆ ਜਾਂਦਾ ਹੁੰਦਾ, ਤਾਂ ਇੱਥੋਂ ਗੁਰੂ ਅਮਰਦਾਸ ਜੀ ਤੋਂ ਇਹਨੂੰ ਫੋਕਸ ਕਰ ਲਿਓ। ਗੁਰੂ ਅਮਰਦਾਸ ਜੀ ਤੋਂ ਇਹ ਰਿਸ਼ਤਿਆਂ ਨੂੰ ਜੋੜਨਾ ਸ਼ੁਰੂ ਕਰ ਲਿਓ। ਅੱਗੇ ਆਪਾਂ ਜਿਵੇਂ ਜਿਵੇਂ ਚੱਲਾਂਗੇ ਲੈਸਨਾਂ ਦੇ ਵਿੱਚ, ਕਲਾਸਾਂ ਦੇ ਵਿੱਚ ਤੁਹਾਨੂੰ ਇਹ ਮੈਂ ਦੱਸਦਾ ਜਾਊਂਗਾ, ਠੀਕ ਹੈ ਜੀ। ਇਹਨਾਂ ਰਿਸ਼ਤਿਆਂ ਨੂੰ ਜੋੜਨਾ ਸ਼ੁਰੂ ਕਰ ਦਿਓ ਵੀ ਗੁਰੂ ਅਮਰਦਾਸ ਜੀ ਦੇ ਗਾਂ ਕੌਣ ਪੁੱਤਰ ਸੀ, ਉਹਨਾਂ ਦੀਆਂ ਕੌਣ ਬੇਟੀਆਂ ਸੀ, ਉਹਨਾਂ ਦੇ ਪਤੀ ਕੌਣ ਸੀ, ਉਹਨਾਂ ਦੇ ਪੁੱਤਰ ਕੌਣ ਸੀ, ਫਿਰ ਕਿਹੜੇ ਗੁਰੂ ਆਏ, ਫਿਰ ਉਹਨਾਂ ਦੀ ਕਿਹੜੀ ਔਲਾਦ ਸੀ, ਠੀਕ ਹੈ। ਇਹ ਸਾਰੇ ਰਿਸ਼ਤਿਆਂ ਨੂੰ ਜੋੜਦੇ ਜਾਓ, ਨਾਲ ਦੀ ਨਾਲ ਰੱਟੇ ਲਾਉਣ ਦੀ ਜ਼ਰੂਰਤ ਨਹੀਂ ਰਹਿਣੀ ਤੁਹਾਨੂੰ। ਹੁਣ ਦੇਖੋ ਜੀ ਜਿਹੜੇ ਹੈਗੇ ਆ ਗੁਰਗੱਦੀ ਇਹਨਾਂ ਨੂੰ 1552 ਈਸਵੀ ਦੇ ਵਿੱਚ ਗੁਰੂ ਅੰਗਦ ਦੇਵ ਜੀ ਨੇ ਬਖਸ਼ੀ ਹੈ। ਅਤੇ ਬਾਬਾ ਬੁੱਢਾ ਜੀ ਹੈ ਜਿਹੜੇ ਉਹ ਰਸਮਾਂ ਦੇ ਜਿਹੜੀਆਂ ਅਦਾ ਕਰਦੇ ਆ ਨਾ, ਜਿਵੇਂ ਤਿਲਕ ਲਗਾਉਣਾ, ਮੱਥਾ ਟੇਕਣਾ, ਇਹ ਸਾਰੀਆਂ ਰਸਮਾਂ ਜਿਹੜੀ ਬਾਬਾ ਬੁੱਢਾ ਜੀ ਹੈਗੇ ਆ ਜਿਹੜੇ ਉਹ ਅਮਲ ਦੇ ਵਿੱਚ ਲਿਆਉਂਦੇ ਆ, ਉਹਨਾਂ ਨੂੰ ਅਦਾ ਕਰਦੇ ਆ। ਇਸੇ ਸਮੇਂ ਆਪ ਜੀ ਦੀ ਉਮਰ ਹੈ ਜਿਹੜੀ 73 ਸਾਲ ਦੀ ਉਮਰ ਸੀਗੀ ਗੁਰੂ ਅਮਰਦਾਸ ਜੀ ਦੀ। ਇਹ ਉਹ ਗੁਰੂ ਹੈ ਜਿਹੜੇ ਸਭ ਤੋਂ ਵੱਡੀ ਉਮਰ ਦੇ ਵਿੱਚ ਗੁਰੂ ਬਣਦੇ ਆ।
ਠੀਕ ਹੈ ਜੀ। ਅਤੇ ਇਹ ਉਹ ਗੁਰੂ ਹੈ ਜਿਨ੍ਹਾਂ ਦੀ ਸਭ ਤੋਂ ਜ਼ਿਆਦਾ ਉਮਰ ਸੀਗੀ 1479 ਤੋਂ 1574 ਤੱਕ ਦਾ ਟਾਈਮ ਹੈ। ਠੀਕ ਹੈ ਜੀ। ਤਾਂ ਸੋ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖਿਓ। ਕਈ ਵਾਰੀ ਪੁੱਛ ਲੈਂਦੇ ਸਭ ਤੋਂ ਵੱਡੀ ਉਮਰ ਵਾਲੇ ਗੁਰੂ ਕੌਣ ਸੀ। ਠੀਕ ਹੈ, ਉਹ ਗੁਰੂ ਕੌਣ ਸੀ ਜਿਨ੍ਹਾਂ ਦੀ ਹੈ, ਜਾਂ ਪੁੱਛ ਲੈਣੇ ਉਹ ਗੁਰੂ ਕੌਣ ਸੀ ਜਿਨ੍ਹਾਂ ਦੀ ਗੁਰੂ ਬਣਦੇ ਸਮੇਂ ਉਮਰ 73 ਸਾਲ ਸੀ, ਜਾਂ ਉਮਰ ਪੁੱਛ ਲੈਂਦੇ ਕੋਈ ਵੀ ਵਲ ਫਿਰ ਪਾ ਕੇ ਕੁਐਸਚਨ। ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖਿਓ। ਗੋਇੰਦਵਾਲ ਵਿਖੇ ਇਹਨਾਂ ਨੇ ਜੀ ਬੌਲੀ ਦਾ ਨਿਰਮਾਣ ਕਰਵਾਇਆ। ਹੁਣ ਦੇਖੋ ਬੌਲੀ ਦਾ ਨਿਰਮਾਣ ਆਪਾਂ ਨੂੰ ਇਹ ਲੱਗਦਾ ਨਾ, ਜੇ ਪੜ੍ਹਦੇ ਆ ਨਾ ਨੋਰਮਲ ਜਿਹਾ ਵੀ ਭਾਈ ਚਲੋ ਬੌਲੀ ਦਾ ਨਿਰਮਾਣ ਕਰਾਤਾ, ਅਤੇ ਕਿਤਾਬ 'ਚ ਆਪਾਂ ਨੂੰ ਨਾਲ ਲਿਖ ਦਿੰਦੇ ਵੀ ਪਾਣੀ ਦੀ ਸਮੱਸਿਆ ਸੀਗੀ ਅਤੇ ਭਾਈ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਦੇ ਲਈ ਜਿਹੜੀ ਹੈਗੀ ਆ ਬੌਲੀ ਦਾ ਨਿਰਮਾਣ ਹੋਇਆ। ਪਰ ਬੌਲੀ ਹੈ ਜਿਹੜੀ ਇੱਕ ਵਿਚਾਰ ਨੂੰ ਜਨਮ ਦਿੰਦੀ ਹੈ ਨਾ, ਜਿਹੜਾ ਬੌਲੀ ਸਾਹਿਬ ਹੈ ਜਾਂ ਜਿਹੜੀ ਬੌਲੀ ਦਾ ਨਿਰਮਾਣ ਹੁੰਦਾ ਹੈ ਉਹ ਇੱਕ ਵਿਚਾਰ ਨੂੰ ਜਨਮ ਦਿੰਦਾ ਹੈ। ਉਹ ਵਿਚਾਰ ਜਿਹੜੇ ਵਿਚਾਰ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੇ ਸੀ ਉਹ ਵਿਚਾਰਾਂ ਨੂੰ ਅਮਲੀ ਜਾਮਾ ਪਹਿਨਾਇਆ ਜਾਂਦਾ ਸਮਾਜ ਦੇ ਵਿੱਚ। ਕਿਵੇਂ ਦੇਖੋ, ਹੁਣ ਗੁਰੂ ਨਾਨਕ ਦੇਵ ਜੀ ਨੇ ਜਿਹੜੇ ਹੈਗੇ ਆ ਤੀਰਥ ਸਥਾਨਾਂ 'ਤੇ ਹੈ ਨਾ, ਤੀਰਥ ਸਥਾਨਾਂ 'ਤੇ ਜਿਹੜੇ ਅਡੰਬਰ ਹੁੰਦੇ ਸੀਗੇ, ਅਡੰਬਰ ਹੁੰਦੇ ਸੀ ਜਾਂ ਕਹਿ ਲਓ ਪਖੰਡ ਹੁੰਦੇ ਸੀ ਜਾਂ ਕਹਿ ਲਓ ਅੰਧ ਵਿਸ਼ਵਾਸ ਸੀ, ਉਹਦਾ ਖੰਡਨ ਕੀਤਾ ਕਿਹਨੇ? ਗੁਰੂ ਨਾਨਕ ਦੇਵ ਜੀ ਨੇ, ਹੈ ਨਾ ਜੀ। ਗੁਰੂ ਨਾਨਕ ਦੇਵ ਜੀ ਨੇ ਇਹਦਾ ਖੰਡਨ ਕੀਤਾ ਸੀ ਨਾ। ਅਤੇ ਹੁਣ ਬੌਲੀ ਦਾ ਨਿਰਮਾਣ ਕਰਕੇ ਜਿਹੜੇ ਗੋਇੰਦਵਾਲ ਦੇ ਵਿੱਚ ਗੁਰੂ ਜੀ ਨੇ ਇੱਕ ਵੱਖਰਾ ਤੀਰਥ ਸਥਾਨ ਦਿੱਤਾ, ਇਹਨਾਂ ਚੀਜ਼ਾਂ ਤੋਂ ਵੱਖਰਾ ਕਰਤਾ, ਜਿੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਡੰਬਰ ਕੋਈ ਵੀ ਪਖੰਡ ਨਹੀਂ ਸੀ। ਨਾਲ ਸ਼ਰਤ ਕੀ ਰੱਖੀ ਦੇਖੋ, 1552 ਈਸਵੀ ਦੇ ਵਿੱਚ ਇਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਅਤੇ 1559 ਈਸਵੀ ਦੇ ਵਿੱਚ ਇਹਨੂੰ ਕੰਪਲੀਟ ਕੀਤਾ। ਅਤੇ ਇਹਦੀਆਂ 84 ਪੌੜੀਆਂ। ਨਾਲ ਸ਼ਰਤ ਇਹ ਰੱਖੀ ਕਿ ਜਿਹੜਾ ਵੀ ਸਿੱਖ ਸੱਚੇ ਮਨ ਨਾਲ ਇਹਨਾਂ 84 ਪੌੜੀਆਂ 'ਤੇ ਬਾਣੀ ਦਾ ਜਾਪ ਕਰੂਗਾ, ਗੁਰਬਾਣੀ ਨੂੰ ਪੜ੍ਹੂਗਾ, ਠੀਕ ਹੈ ਜੀ, ਉਹਦੀਆਂ 84 ਲੱਖ ਜੂਨਾਂ ਕੱਟੀਆਂ ਜਾਣਗੀਆਂ, ਹੈ ਨਾ। ਹੁਣ ਚਲੋ ਆਪਾਂ ਤਰਕ ਵਿਤਰਕ ਦੇ ਵਿੱਚ ਨਹੀਂ ਪੈਂਦੇ, ਪਰ ਪਹਿਲਾਂ ਕੀ ਸੀਗੇ, ਪਹਿਲਾਂ ਇਹ ਹੁੰਦਾ ਸੀ ਵੀ ਜੇ ਤੁਸੀਂ ਭਾਈ ਐਂ ਕਰਾ ਲਓ, ਬਲੀ ਦੇ ਦਿਓ, ਫਲਾਨਾ ਕਰ ਲਓ, ਧਿਉਂਕਾ ਕਰ ਲਓ, ਹੈ ਨਾ, ਤੀਰਥ ਸਥਾਨ ਦੇ ਵਿੱਚ ਜਾਂ ਨਦੀ ਦੇ ਵਿੱਚ ਜਾਂ ਦਰਿਆ ਦੇ ਵਿੱਚ ਫਲਾਨੀ ਚੀਜ਼ ਰੋੜ ਦਿਓ, ਹੈ ਨਾ, ਜਾਂ ਫਲਾਨਾ ਤੁਸੀਂ ਜਿਹੜਾ ਹੈਗਾ ਉੱਥੇ ਆਪਣਾ ਕਿਸੇ ਦਾ ਸਿਰ ਵੱਢ ਕੇ ਰੋੜ ਦਿਓ, ਖੂਨ ਦਾ ਪਿਆਲਾ ਬਲੀ ਭੇਂਟ ਕਰ ਦਿਓ, ਇਹ ਚੀਜ਼ਾਂ ਕਰ ਦਿਓ। ਉਹ ਭਾਵ ਬਹੁਤ ਤਰ੍ਹਾਂ ਦੇ ਪਖੰਡ ਸੀਗੇ ਸਮਾਜ ਦੇ ਵਿੱਚ। ਤਾਂ ਉਹਦੇ ਵਿੱਚ ਇੰਪਲੀਮੈਂਟ ਕੀ ਕਰਤਾ ਵੀ ਤੁਸੀਂ ਕੁਛ ਨਹੀਂ ਕਰਨਾ, ਠੀਕ ਹੈ, ਨਾ ਕਿਸੇ ਬ੍ਰਾਹਮਣ ਨੂੰ ਵੇਦ ਨੂੰ, ਕਿਸੇ ਵੀ ਭਾਵ ਆਪਾਂ ਕਹਿ ਸਕਦੇ ਹਾਂ ਕਿ ਬ੍ਰਾਹਮਣ ਵੇਦ ਆ ਜਿਹੜੇ ਪੰਡਤ ਆ ਨਾ, ਜਾਂ ਉਹਨਾਂ ਨੂੰ ਤੁਸੀਂ ਕੁਛ ਨਹੀਂ ਖਵਾਉਣਾ ਪਿਆਉਣਾ। ਭਾਵ ਕੀ ਹੈ, ਪੁਜਾਰੀ ਜਿਹੜਾ ਵਰਗ ਸੀ ਉਹਨੂੰ ਪਾਸੇ ਕਰਤਾ ਗੁਰੂ ਅਮਰਦਾਸ ਜੀ ਨੇ ਕਿ ਤੁਸੀਂ ਬੌਲੀ ਸਾਹਿਬ ਦੇ ਵਿੱਚ ਆਓ, ਇੱਥੇ ਦਰਸ਼ਨ ਕਰੋ, ਇੱਥੇ ਆਪਦਾ ਜਿਹੜਾ ਹੈਗਾ ਪਾਣੀ ਦੀ ਲੋੜ ਵੀ ਪੂਰੀ ਕਰੋ, ਅਤੇ ਨਾਲ ਦੀ ਨਾਲ ਤੁਸੀਂ ਇੱਥੇ ਗੁਰੂ ਦਾ ਜਾਪ ਕਰੋ। ਇੱਥੇ ਪਖੰਡਵਾਦ ਨਹੀਂ ਚੱਲਣਾ, ਹੈ ਨਾ, ਇੱਥੇ ਅਡੰਬਰ ਨਹੀਂ ਚੱਲਣੇ ਵੀ ਤੁਸੀਂ ਇੱਥੇ ਭਾਈ ਆਹ ਕਰ ਦਿਓ, ਇੱਥੇ ਕੋਈ ਕਹਿੰਦਾ ਲੇਰ ਤਾਰ ਦਿਓ, ਕੋਈ ਕਹਿੰਦਾ ਬਲੀ ਤਾਰ ਦਿਓ, ਕੋਈ ਕਹਿੰਦਾ ਕੁਛ ਤਾਰ ਦਿਓ ਨਾ। ਚਲੋ ਆਪਾਂ ਬਾਹਲਾ ਡੀਪਲੀ ਨਹੀਂ ਜਾਂਦੇ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਕਿੰਨੇ ਤਰ੍ਹਾਂ ਦੇ ਪਖੰਡ ਆ ਆਪਣੇ ਸਮਾਜ ਦੇ ਵਿੱਚ ਹਜੇ ਵੀ। ਸੋ ਇਹਨਾਂ ਚੀਜ਼ਾਂ ਨੂੰ ਦੂਰ ਕਰਤਾ ਅਤੇ ਨਾਲ ਦੀ ਨਾਲ ਵੱਖਰਾ ਤੀਰਥ ਸਥਾਨ ਦਿੱਤਾ। ਅਤੇ ਇਹ ਵਿਚਾਰ ਆ ਜਿਹੜਾ, ਉਹ ਵਿਚਾਰ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤਾ ਸੀ, ਉਹਨੂੰ ਇੱਥੇ ਅਮਲੀ ਜਾਮਾ ਪਹਿਨਾਤਾ ਗੁਰੂ ਅਮਰਦਾਸ ਜੀ ਨੇ। ਬਹੁਤ ਮਹਾਨ ਕੰਮ ਹੈ। ਇਕੱਲੀ ਇੱਕ ਲਾਈਨ ਐਵੇਂ ਨੇ ਪੜ੍ਹੇ ਨਾ ਵੀ ਬੌਲੀ ਦਾ ਨਿਰਮਾਣ ਕਰਤਾ, ਭਾਈ ਪਾਣੀ ਦੀ ਸਮੱਸਿਆ ਦਾ ਹੱਲ ਹੋ ਗਿਆ, ਬਹੁਤ ਵੱਡਾ ਕਾਰਜ ਕੀਤਾ। ਐਵੇਂ ਤਾਂ ਨਹੀਂ ਫਿਰ ਮੁਗਲ ਇਹਨਾਂ ਨੂੰ ਬੌਲੀ, ਹੋਰ ਬਾਅਦ 'ਚ ਵੀ ਬੌਲੀ ਨਿਰਮਾਣ ਹੋਏ, ਉਹਨਾਂ ਨੂੰ ਢਾਉਣ ਦੀ ਜਾਂ ਉਹਨਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰੀ ਗਈ, ਕਿਉਂਕਿ ਉਹ ਇੱਕ ਤਰ੍ਹਾਂ ਨਾਲ ਉਹ ਵਿਚਾਰ ਜਿੱਥੇ ਇੱਕ ਸੋਚ ਪੈਦਾ ਹੋਣੀ ਹੈ, ਜਜ਼ਬਾ ਪੈਦਾ ਹੋਣਾ ਹੈ, ਠੀਕ ਹੈ, ਇੱਕ ਵੱਖਰਾਪਣ ਪੈਦਾ ਹੋਣਾ ਅਤੇ ਇੱਕ ਨਿਡਰਤਾ ਪੈਦਾ ਹੋਣੀ ਹੈ ਮਨੁੱਖ 'ਚ, ਉਹਨਾਂ ਚੀਜ਼ਾਂ ਨੂੰ ਉਹ ਖ਼ਤਮ ਕਰਨਾ ਚਾਹੁੰਦੇ ਸੀਗੇ ਉਦੋਂ ਦੇ ਬਾਦਸ਼ਾਹ, ਠੀਕ ਹੈ, ਜਾਂ ਉਹ ਐਂਟੀ ਆਪਾਂ ਕਹਿ ਲਓ ਐਂਟੀ ਸਰਕਾਰਾਂ ਉਦੋਂ ਦੀਆਂ। ਸੋ ਅੱਗੇ ਆਓ, ਹੁਣ ਦੇਖੋ ਜੀ, ਆਪ ਜੀ ਨੇ ਜਿਹੜਾ ਹੈਗਾ ਸਿੱਖ ਧਰਮ ਦੇ ਪ੍ਰਚਾਰ ਲਈ ਮੰਜੀ ਪ੍ਰਥਾ ਦੀ ਸ਼ੁਰੂਆਤ ਕੀਤੀ ਹੈ। 22 ਮੰਜੀਆਂ ਸਥਾਪਿਤ ਕੀਤੀਆਂ। ਮੰਜੀ 'ਤੇ ਬੈਠ ਕੇ ਪ੍ਰਚਾਰ ਕਰਨ ਵਾਲੇ ਨੂੰ ਮੰਜੀਦਾਰ ਕਿਹਾ ਜਾਂਦਾ ਸੀ। ਹੁਣ ਦੇਖੋ ਮੰਜੀ ਪ੍ਰਥਾ ਦੀ ਕਿਉਂ ਸਥਾਪਨਾ ਕੀਤੀ? ਇੱਕ ਤਾਂ ਜੀ ਗੁਰੂ ਅਮਰਦਾਸ ਜੀ ਦੀ ਉਮਰ ਹੀ ਹੈ ਨਾ 74-75 ਸਾਲ ਦੀ ਹੋ ਗਈ ਸੀ ਲਗਭਗ, ਅਤੇ ਦੂਜਾ ਜਿਹੜਾ ਹੈਗਾ ਸਿੱਖ ਧਰਮ ਹੈ ਉਹ ਬਹੁਤ ਵਿਸ਼ਾਲ ਹੋ ਗਿਆ ਸੀ, ਹੈ ਨਾ, ਉਹਦਾ ਦਾਇਰਾ ਜਿਹੜਾ ਉਹ ਚਾਰੇ ਦਿਸ਼ਾਵਾਂ ਦੇ ਵਿੱਚ ਫੈਲ ਗਿਆ ਸੀਗਾ। ਵੇਖੋ ਕਿੱਥੋਂ ਤਾਈਂ ਤਾਂ ਗੁਰੂ ਨਾਨਕ ਦੇਵ ਜੀ ਜਾਏ ਅਤੇ ਕਿੱਥੋਂ ਤੱਕ ਉਦੋਂ ਬਾਅਦ 'ਚ ਵਿਚਾਰ ਫੈਲੇ। ਭਾਵ ਕੀ ਹੈ, ਦਾਇਰਾ ਜਿਹੜਾ ਹੈਗਾ ਬਹੁਤ ਲੰਬਾ ਹੋ ਗਿਆ ਸੀ ਅਤੇ ਹਰ ਇੱਕ ਸਿੱਖ ਦੇ ਕੰਟੈਕਟ 'ਚ ਆਉਣਾ ਅਸੰਭਵ ਹੋ ਗਿਆ ਸੀ, ਖਾਸ ਕਰਕੇ ਉਸ ਯੁੱਗ ਦੇ ਵਿੱਚ ਨਾ, ਜਦੋਂ ਕੋਈ ਆਵਾਜਾਈ ਦੇ ਸਾਧਨ ਵੀ ਇੰਨੇ ਪੁਖਤਾ ਨਹੀਂ ਸੀ, ਠੀਕ ਹੈ, ਅਤੇ ਟੈਕਨੋਲੋਜੀ ਤਾਂ ਹੈ ਹੀ ਨਹੀਂ ਸੀ। ਅਤੇ ਤਾਂ ਕਰਕੇ ਫਿਰ ਗੁਰੂ ਜੀ ਨੇ ਜਿਹੜਾ ਹੈਗਾ ਇਹ ਮੰਜੀ ਪ੍ਰਥਾ ਨੂੰ ਸ਼ੁਰੂ ਕੀਤਾ। ਉਹਨਾਂ ਨੇ 22 ਮੰਜੀਆਂ ਸਥਾਪਿਤ ਕੀਤੀਆਂ ਕਿ ਮੰਜੀਦਾਰ ਹੋਣਗੇ ਗੁਰੂ ਦੇ ਵਿਚਾਰਾਂ ਨੂੰ ਗੁਰੂ ਦੇ ਸਿੱਖਾਂ ਤੱਕ ਪਹੁੰਚਾਉਣਗੇ। ਇੱਕ ਤਰ੍ਹਾਂ ਨਾਲ ਉਹ ਵਰਗ ਜਿਹੜਾ ਸਿੱਖ ਧਰਮ ਨੂੰ ਡਿਵੈਲਪ ਕਰੂਗਾ, ਅਤੇ ਇਹਦਾ ਬਹੁਤ ਹੀ ਜ਼ਿਆਦਾ ਫਾਇਦਾ ਹੋਇਆ।
ਬਹੁਤ ਹੀ ਜ਼ਿਆਦਾ ਫਾਇਦਾ ਹੋਇਆ ਸਿੱਖ ਧਰਮ ਨੂੰ। ਸਿੱਖ ਧਰਮ ਮਾਝੇ ਅਤੇ ਮਾਲਵੇ ਦੇ ਨਾਲ, ਮਾਝੇ ਅਤੇ ਦੁਆਬੇ ਦੇ ਨਾਲ ਨਾਲ ਮਾਲਵੇ ਦੇ ਵਿੱਚ ਨਾ ਰੇਗਿਸਤਾਨ ਤੱਕ, ਉਧਰ ਦੱਖਣ ਤੱਕ, ਦੱਖਣੀ ਭਾਰਤ ਤੱਕ, ਪੂਰਬੀ ਭਾਰਤ ਤੱਕ ਅਤੇ ਇੱਥੋਂ ਤੱਕ ਵਿਦੇਸ਼ਾਂ ਤੱਕ ਫੈਲਿਆ। ਉਦੋਂ ਦੇ ਟਾਈਮ 'ਤੇ ਜਿਹੜਾ ਹੈਗਾ ਸਿੱਖ ਧਰਮ ਨੂੰ ਡਿਵੈਲਪ ਕਰਨ ਦੇ ਵਿੱਚ ਇਹ ਮੰਜੀ ਪ੍ਰਥਾ ਹੈ ਜਿਹੜੀ ਸ਼ੁਰੂ ਕੀਤੀ ਹੈ, ਇਹਦਾ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ ਸਿੱਖ ਧਰਮ ਨੂੰ। ਇਹਨੂੰ ਸ਼ੁਰੂ ਕਰਨ ਵਾਲੇ ਕੌਣ ਸੀਗੇ ਜੀ? ਮੰਜੀ ਪ੍ਰਥਾ ਨੂੰ ਗੁਰੂ ਅਮਰਦਾਸ ਜੀ। ਅਤੇ ਗੋਇੰਦਵਾਲ ਦੇ ਵਿੱਚ ਬੌਲੀ ਦਾ ਨਿਰਮਾਣ ਕਿਹਨਾਂ ਨੇ ਕੀਤਾ? ਗੁਰੂ ਅਮਰਦਾਸ ਜੀ ਨੇ। ਗੋਇੰਦਵਾਲ ਨਗਰ ਦੀ ਨੀਂਹ ਕਿਹਨੇ ਰੱਖੀ ਹੈ? ਗੁਰੂ ਅੰਗਦ ਦੇਵ ਜੀ ਨੇ। ਇਹ ਧਿਆਨ 'ਚ ਰੱਖਣਾ। ਸੋ ਅੱਗੇ ਦੇਖੋ ਜੀ, ਆਪ ਜੀ ਨੇ ਕਾਬਲ ਅਤੇ ਮੁਲਤਾਨ ਵਿੱਚ 2 ਔਰਤਾਂ ਨੂੰ ਵੀ ਮੰਜੀ ਸੰਗਠਨ ਦੀ ਜ਼ਿੰਮੇਵਾਰੀ ਸੌਂਪੀ ਹੈ। ਠੀਕ ਹੈ ਜੀ, ਭਾਵ ਔਰਤਾਂ ਨੂੰ ਵੀ ਮੰਜੀਦਾਰ ਬਣਾਇਆ। ਦੋਨੋਂ ਇਤਿਹਾਸ ਦੇ ਵਿੱਚ ਦਰਜ ਹੈ। ਆਪ ਜੀ ਨੇ ਪਹਿਲੇ ਦੋਹਾਂ ਗੁਰੂਆਂ ਦੀ ਬਾਣੀ ਇਕੱਤਰ ਕੀਤੀ ਅਤੇ ਖੁਦ ਆਨੰਦ ਸਾਹਿਬ ਦੀ ਬਾਣੀ ਹੈ ਜਿਹੜੀ ਉਹਦੀ ਰਚਨਾ ਕੀਤੀ, ਜਿਹਦੇ ਵਿੱਚ 38 ਪੌੜੀਆਂ। ਕਈ ਵਾਰੀ ਪੁੱਛ ਲੈਂਦੇ ਹੁੰਦੇ ਆ, ਆਨੰਦ ਸਾਹਿਬ ਦੀ ਬਾਣੀ ਦੀ ਰਚਨਾ ਕੀਤੀ ਹੈ, ਉਹਦੇ ਵਿੱਚ 38 ਪੌੜੀਆਂ। ਉਹਨਾਂ ਨੇ ਬਾਣੀ ਦੇਤੀ, ਇੱਥੇ ਇੱਕ ਸਿਧਾਂਤ ਦੇਤਾ, ਇਹਨੂੰ ਅੱਗੇ ਦੇਖੋ ਇੰਪਲੀਮੈਂਟ ਕਿਵੇਂ ਹੁੰਦਾ ਨਾ। ਆਪ ਜੀ ਨੇ ਜਾਤ ਪਾਤ, ਛੂਤ ਛਾਤ, ਠੀਕ ਹੈ, ਜਾਂ ਛੂਆ ਛਾਤ, ਸਤੀ ਪ੍ਰਥਾ, ਪਰਦਾ ਪ੍ਰਥਾ, ਸੰਗਤ ਅਤੇ ਪੰਗਤ ਨੂੰ ਜਾਰੀ ਰੱਖਿਆ। ਅਤੇ ਇਹ ਜਿਹੜੀਆਂ ਬੁਰਾਈਆਂ, ਸਮਾਜਿਕ ਬੁਰਾਈਆਂ, ਇਹਨਾਂ ਦੀ ਮਨਾਹੀ ਕੀਤੀ। ਇਹਨਾਂ ਨੂੰ ਸਖਤੀ ਦੇ ਨਾਲ ਜਿਹੜਾ ਹੈਗਾ ਭੰਡਿਆ, ਇਹਨਾਂ ਦਾ ਖੰਡਨ ਕੀਤਾ ਕਿ ਇਹ ਬਹੁਤ ਭੈੜੀਆਂ ਬੁਰਾਈਆਂ। ਜਾਤ ਪਾਤ ਨਾਲ ਮਨੁੱਖ ਵੰਡਿਆ ਜਾਂਦਾ ਹੈ। ਠੀਕ ਹੈ, ਨਾਨਕ ਲੇਵਾ ਬਾਣੀ, ਨਾਨਕ ਦੇ ਵਿਚਾਰ ਹੈ ਜਿਹੜੇ ਗੁਰੂ ਨਾਨਕ ਦੇਵ ਜੀ ਦੇ, ਉਹਨਾਂ ਦੇ ਇਹ ਪੂਰਾ ਨਹੀਂ ਉਤਰਦਾ। ਅਤੇ ਆਹ ਜਿਹੜੀ ਛੂਆ ਛਾਤ ਹੈ, ਇਹ ਵੀ ਨਹੀਂ ਉਹਨਾਂ 'ਤੇ ਪੂਰੀ ਉਤਰਦੀ। ਸਤੀ ਪ੍ਰਥਾ ਹੈ ਜਿਹੜੀ ਹੈ ਨਾ, ਜਿਤ ਜੰਮੈ ਰਾਜਾਨ ਸੋ ਕੇ ਮੰਦਾ ਆਖੀਐ, ਜਿਤ ਜੰਮੈ ਰਾਜਾਨ, ਅਤੇ ਕਿੱਥੇ ਉਹ ਵਿਚਾਰ ਅਤੇ ਕਿੱਥੇ ਸਤੀ ਪ੍ਰਥਾ, ਇਹਦਾ ਵੀ ਖੰਡਨ ਕੀਤਾ। ਠੀਕ ਹੈ, ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਕਿ ਮੌਲਿਕ ਜਿਹੜੇ ਹਿਊਮਨ ਰਾਈਟ ਹੈ ਉਹਨਾਂ ਦੀ ਪੈਰਵਾਈ ਕੀਤੀ ਗੁਰੂ ਜੀ ਨੇ ਨਾ। ਪਰਦਾ ਪ੍ਰਥਾ ਜਿਹੜੀ, ਉਹਦਾ ਖੰਡਨ ਕੀਤਾ ਅਤੇ ਸੰਗਤ ਅਤੇ ਪੰਗਤ ਨੂੰ ਜਾਰੀ ਰੱਖਿਆ ਅਤੇ ਡਿਵੈਲਪ ਕੀਤਾ। ਬਹੁਤ ਹੀ ਯੋਗਦਾਨ ਪਾਇਆ ਇਹਦੇ ਵਿੱਚ ਬੀਬੀ ਭਾਨੀ ਜੀ ਨੇ ਨਾ, ਬਹੁਤ ਵੱਡਾ ਯੋਗਦਾਨ ਹੈ ਇਸ ਦੇ ਵਿੱਚ। ਪਹਿਲਾਂ ਮਾਤਾ ਖੀਵੀ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਸੰਗਤ ਅਤੇ ਪੰਗਤ ਦੇ ਵਿੱਚ। ਅੱਗੇ ਹੈ ਜੀ, ਆਪ ਜੀ ਨੇ ਸਿੱਖ ਸ਼ਰਧਾਲੂਆਂ ਨੂੰ, ਆਹ ਦੇਖੋ ਸਭ ਤੋਂ ਵੱਡਾ ਕਾਰਜ ਕੀ ਹੁੰਦਾ? ਦੀਵਾਲੀ, ਮਾਘੀ ਅਤੇ ਵਿਸਾਖੀ ਆਦਿ ਤਿਉਹਾਰਾਂ ਨੂੰ ਨਵੇਂ ਢੰਗ ਨਾਲ ਮਨਾਉਣ ਲਈ ਕਿਹਾ ਕਿ ਇਹਨਾਂ ਤਿਉਹਾਰਾਂ ਨੂੰ ਪਹਿਲਾਂ ਵਾਲੇ ਢੰਗ, ਜਿਹਦੇ ਵਿੱਚ ਕੀ ਸੀ? ਪੁਜਾਰੀਵਾਦ ਸੀਗਾ, ਹੈ ਨਾ, ਪੁਜਾਰੀਵਾਦ ਸੀ, ਬ੍ਰਾਹਮਣਵਾਦ ਸੀ, ਆਪਾਂ ਕਹਿ ਸਕਦੇ ਹਾਂ ਨਾ, ਅਤੇ ਲੋਕਾਂ ਦੀ ਲੁੱਟ ਸੀ ਇੱਕ ਤਰ੍ਹਾਂ ਨਾਲ, ਹੈ ਨਾ। ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿੱਚ ਪਾ ਕੇ ਅਤੇ ਲੋਕਾਂ ਨੂੰ ਡਰਾਇਆ ਜਾਂਦਾ ਸੀ, ਹੈ ਨਾ, ਅਤੇ ਲੋਕਾਂ ਨੂੰ ਡਰਾ ਕੇ ਲੋਕਾਂ ਤੋਂ ਧਨ ਹੈ ਜਿਹੜਾ ਜਾਂ ਪੈਸਾ ਕਿਸੇ ਵੀ ਤਰੀਕੇ ਦੇ ਨਾਲ ਉਹ ਲੁੱਟਿਆ ਜਾਂਦਾ ਸੀ। ਤਾਂ ਹੁਣ ਜਿਹੜੇ ਗੁਰੂ ਜੀ ਸੀਗੇ, ਉਹਨਾਂ ਨੇ ਇਹ ਚੀਜ਼ ਦਾ ਕੀ ਕਰਤਾ? ਉਹਨਾਂ ਨੇ ਇਹਦਾ ਖੰਡਨ ਕਰਤਾ। ਗੁਰੂ ਜੀ ਨੇ ਇਹਨਾਂ ਜਿਹੜੇ ਹੈਗੇ ਆ ਇਹਨਾਂ ਵਿਚਾਰਾਂ ਦਾ, ਇਹਨਾਂ ਚੀਜ਼ਾਂ ਦਾ ਖੰਡਨ ਕਰਤਾ ਕਿ ਇਹ ਚੀਜ਼ਾਂ ਸਹੀ ਨਹੀਂ। ਅਤੇ ਦੀਵਾਲੀ ਅਤੇ ਮਾਘੀ ਵਿਸਾਖੀ ਨੂੰ ਨਵੇਂ ਢੰਗ ਨਾਲ ਮਨਾਉਣਾ ਸ਼ੁਰੂ ਕਰਤਾ। ਭਾਵ ਕੀ ਹੈ, ਜਿਹੜੇ ਗੁਰੂ ਸਥਾਨ ਸੀਗੇ, ਜਿੱਥੇ ਜਿੱਥੇ ਗੁਰੂ ਸੀਗੇ, ਹੈ ਨਾ, ਸਿੱਖ ਵਿਚਾਰਧਾਰਾ ਡਿਵੈਲਪ ਹੋਈ ਸੀ, ਉਹਨਾਂ ਥਾਵਾਂ 'ਤੇ ਜਿਹੜਾ ਹੈਗਾ ਮਨਾਉਣਾ ਸ਼ੁਰੂ ਕੀਤਾ। ਅਤੇ ਇਹਨਾਂ ਅਡੰਬਰਾਂ ਨੂੰ, ਜਿਹੜੇ ਆਪਾਂ ਪਹਿਲਾਂ ਗੱਲ ਕਰਕੇ ਹਟੇ, ਪਖੰਡਾਂ ਨੂੰ ਬਾਹਰ ਕੱਢਤਾ ਕਿ ਇਸ ਦਿਨਾਂ 'ਤੇ ਇਹ ਪਖੰਡ ਅਡੰਬਰ ਨਹੀਂ ਹੋਣੇ ਚਾਹੀਦੇ। ਅੱਗੇ ਹੈਗਾ ਜੀ, ਆਪ ਜੀ ਦੇ ਜਿਹੜਾ ਹੈਗਾ, ਆਪ ਜੀ ਨੇ ਜਨਮ, ਵਿਆਹ ਅਤੇ ਮੌਤ ਸਮੇਂ, ਪੁਰਾਤਨ ਸਮੇਂ ਤੋਂ ਚੱਲ ਰਹੀਆਂ ਰੀਤਾਂ ਦੇ ਵਿੱਚ ਸੁਧਾਰ ਕਰਤਾ। ਜਿੰਨੇ ਵੀ ਉਹਦੇ ਵਿੱਚ ਪਖੰਡ ਸੀ, ਜਿੰਨੇ ਵੀ ਉਹਦੇ ਵਿੱਚ ਅੰਧ ਵਿਸ਼ਵਾਸ ਸੀ, ਉਹਨਾਂ ਸਾਰਿਆਂ ਨੂੰ ਪਾਸੇ ਕਰਤਾ ਅਤੇ ਉਹ ਰੀਤਾਂ ਨੂੰ ਸੁਧਾਰਤਾ, ਉਹਨਾਂ ਰਿਵਾਜ਼ਾਂ ਨੂੰ ਸੁਧਾਰਤਾ। ਹੁਣ ਕਿਉਂਕਿ ਇੱਕਦਮ ਤਾਂ ਇਹਨਾਂ ਇਹ ਕਹਿ ਸਕਦੇ ਵੀ ਇਹਨਾਂ ਨੂੰ ਉਹ ਨਾ ਕਰੋ, ਵੀ ਬੰਦ ਕਰ ਦਿਓ ਨਾ, ਤਾਂ ਉਹਦੇ ਨਾਲ ਲੋਕ ਸਹਿਮਤ ਨਹੀਂ ਹੋਣਗੇ। ਤਾਂ ਉਹਨੂੰ ਸੁਧਾਰਨਾ ਸ਼ੁਰੂ ਕਰਤਾ, ਉਹਦੇ ਵਿੱਚ ਜਿੰਨੇ ਵੀ ਕਮੀਆਂ ਪੇਸ਼ੀਆਂ ਸੀ ਉਹਨਾਂ ਨੂੰ ਪਾਸੇ ਰੱਖਤਾ, ਉਹਨਾਂ ਨੂੰ ਵਰਤਣ ਦੀ ਮਨਾਹੀ ਕਰਤੀ ਵੀ ਇਹ ਭਾਈ ਤੁਸੀਂ ਨਹੀਂ ਕਰਨਾ ਇਹ ਕੰਮ। ਹੁਣ ਅੱਗੇ ਦੇਖੋ ਜੀ, ਜਿਵੇਂ ਆਪਾਂ ਸਰਾਧ ਕਹਿ ਦਿੰਦੇ ਹਾਂ ਨਾ, ਸਰਾਧ, ਪਿਤਰਾਂ ਨੂੰ ਰੋਟੀ ਖਵਾਉਣੀ, ਇਹ ਸਾਰੀਆਂ ਚੀਜ਼ਾਂ ਸੀ ਜਿਹੜੀਆਂ ਇਹਨਾਂ ਨੂੰ ਗੁਰੂ ਜੀ ਨੇ ਬਾਹਰ ਕੱਢਤਾ ਸਿੱਖ ਧਰਮ ਦੇ ਵਿੱਚੋਂ। ਸਿੱਖ ਧਰਮ ਦੇ ਵਿਚਾਰਧਾਰਾ ਦੇ ਵਿੱਚੋਂ ਇਹਨਾਂ ਨੂੰ ਬਾਹਰ ਕੱਢਤਾ ਕਿ ਸਿੱਖ ਧਰਮ ਦੀ ਵਿਚਾਰਧਾਰਾ ਨਹੀਂ ਵੀ ਮਰਿਆਵਾਂ ਨੂੰ ਰੋਟੀ ਖਵਾਈ ਜਾਓ ਨਾ, ਉਹਨਾਂ ਦੀ ਜਿਹੜੇ ਕਿ ਪੂਜਾ ਕਰੀ ਜਾਓ। ਭੂਤ ਪ੍ਰੇਤਾਂ ਵਾਲੇ ਪਖੰਡਵਾਦ ਜਿੰਨੇ ਸੀ ਸਾਰੇ ਉਹ ਪਾਸੇ ਛੱਡਤੇ। ਅੱਗੇ ਹੈਗਾ ਜੀ, ਅਕਬਰ ਬਾਦਸ਼ਾਹ ਜਿਹੜਾ ਉਹ ਚਿਤੌੜ ਨੂੰ ਜਿੱਤ ਕੇ 1567 ਈਸਵੀ ਦੇ ਵਿੱਚ ਗੋਇੰਦਵਾਲ ਸਾਹਿਬ ਦੇ ਵਿੱਚ ਆਉਂਦਾ ਹੈ। ਸੰਗਤ ਅਤੇ ਪੰਗਤ ਦੇ ਸਿਧਾਂਤ ਨੂੰ ਨਿਭਾ ਕੇ, ਕਿਉਂਕਿ ਗੁਰੂ ਜਿਹੜੇ ਅਮਰਦਾਸ ਜੀ ਆ ਉਹ ਕਹਿੰਦੇ ਕਿ ਚਾਹੇ ਕੋਈ ਵੀ ਹੋਵੇ, ਉਹ ਮੈਨੂੰ ਤਾਂ ਹੀ ਮਿਲੂਗਾ ਜੇ ਉਹ ਸੰਗਤ ਦੇ ਵਿੱਚ ਬੈਠ ਕੇ, ਪਹਿਲਾਂ ਪੰਗਤ ਦੇ ਵਿੱਚ ਬੈਠ ਕੇ ਜਿਹੜਾ ਹੈਗਾ ਲੰਗਰ ਛਕੂਗਾ, ਅਤੇ ਫਿਰ ਉਹ ਮੈਨੂੰ ਮਿਲ ਸਕਦਾ। ਤਾਂ ਇਸੇ ਸ਼ਰਤ ਦੇ ਮੁਤਾਬਕ ਜਿਹੜਾ ਹੈਗਾ ਅਕਬਰ ਬਾਦਸ਼ਾਹ ਉਹ ਪਹਿਲਾਂ ਸੰਗਤ ਕਰਦਾ, ਠੀਕ ਹੈ ਜੀ, ਮਤਲਬ ਪੰਗਤ ਦੇ ਵਿੱਚ ਜਾਂਦਾ, ਉੱਥੇ ਲੰਗਰ ਛਕਦਾ ਅਤੇ ਫਿਰ ਸੰਗਤ ਦਰਸ਼ਨ ਕਰਦਾ, ਗੁਰੂ ਜੀ ਦੇ ਕੋਲ ਆ ਕੇ ਗੁਰੂ ਜੀ ਨਾਲ ਵਿਚਾਰ ਵਿਮਰਸ਼ ਕਰਦਾ, ਉਹਨਾਂ ਦੇ ਦਰਸ਼ਨ ਕਰਦਾ।
ਸੋ ਇਹ ਬਹੁਤ ਵੱਡਾ ਸਿਧਾਂਤ ਸੀ। ਇਹਦਾ ਵੀ ਬਹੁਤ ਲੋਕਾਂ 'ਤੇ ਇਫੈਕਟ ਪੈਂਦਾ ਕਿ ਬਾਦਸ਼ਾਹ ਨੂੰ ਵੀ ਐਵੇਂ ਕਰਨਾ ਪਿਆ ਨਾ। ਵਾਕਈ ਕੋਈ ਸਿਧਾਂਤ ਹੈਗਾ, ਕੋਈ ਵਿਚਾਰਧਾਰਾ ਹੈਗੀ। ਅਕਬਰ ਨੇ ਸ਼ੁਕਰਾਨੇ ਵਜੋਂ ਬੀਬੀ ਭਾਨੀ ਜੀ ਨੂੰ ਭੂਮੀ ਦਾਨ ਵਿੱਚ ਦਿੱਤੀ ਹੈ ਕੁਝ, ਤਾਂ ਇਹ ਭੂਮੀ ਹੈ ਜਿਹੜੀ ਇੱਥੇ ਹੀ ਬਾਅਦ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਵਸਾਇਆ ਜਾਂਦਾ ਗੁਰੂ ਰਾਮਦਾਸ ਜੀ ਦੁਆਰਾ। ਸੋ ਅੱਗੇ ਦੇਖੋ ਜੀ, 1 ਸਤੰਬਰ 1574 ਈਸਵੀ ਨੂੰ 95 ਸਾਲ ਦੀ ਉਮਰ ਦੇ ਵਿੱਚ ਜਿਹੜੇ ਗੁਰੂ ਅਮਰਦਾਸ ਜੀ ਆ ਉਹ ਜੋਤੀ ਜੋਤ ਸਮਾ ਜਾਂਦੇ ਆ। ਭਾਵ ਕੀ ਹੈ, ਉਹ ਭਵ ਸਾਗਰ ਤੋਂ ਚੱਲ ਜਾਂਦੇ ਆ ਅਤੇ ਆਪਣੇ ਜਿਹੜੇ ਹੈਗੇ ਚੌਥੇ ਗੁਰੂ ਉਹਨਾਂ ਨੂੰ ਥਾਪ ਜਾਂਦੇ ਆ ਗੁਰੂ ਰਾਮਦਾਸ ਜੀ ਨੂੰ, ਜਿਹੜੇ ਕਿ ਬੀਬੀ ਭਾਨੀ ਜੀ ਦੇ ਪਤੀ ਦੇਵ ਹੈ। ਸੋ ਆਪਣੇ ਇੱਥੋਂ ਦੇਖੋ ਰਿਸ਼ਤਾ ਸ਼ੁਰੂ ਹੋ ਜਾਂਦਾ ਕਿ ਜਿਹੜੇ ਗੁਰੂ ਅਮਰਦਾਸ ਜੀ ਹੈ, ਮੈਂ ਤੁਹਾਨੂੰ ਪਹਿਲਾਂ ਕਰਕੇ ਦੱਸ ਕੇ ਹਟਿਆ ਕਿ ਰਿਸ਼ਤੇ ਨਾਲ ਦੀ ਨਾਲ ਜੋੜੀ ਜਾਇਓ। ਅਮਰਦਾਸ ਜੀ ਦੀ ਬੇਟੀ ਹੈਗੀ ਹੈ ਜੀ ਬੀਬੀ ਭਾਨੀ, ਇਹਨਾਂ ਨੂੰ ਯਾਦ ਰੱਖਣ ਦਾ ਸੌਖਾ ਤਰੀਕਾ। ਅਤੇ ਬੀਬੀ ਭਾਨੀ ਦੇ ਪਤੀ ਹੈਗੇ ਆ ਜੀ ਗੁਰੂ ਰਾਮਦਾਸ ਜੀ, ਇਹ ਇਹਨਾਂ ਦੇ ਪਤੀ ਹੈ ਬੀਬੀ ਭਾਨੀ ਦੇ। ਸੋ ਤਾਂ ਕਰਕੇ ਤੁਹਾਨੂੰ ਦੱਸਿਆ ਕਿ ਇਹਨਾਂ ਚੀਜ਼ਾਂ ਨੂੰ ਜ਼ਰੂਰ ਧਿਆਨ 'ਚ ਰੱਖਣਾ ਹੈ ਨਾ, ਰਿਸ਼ਤੇ ਜੋੜਨੇ ਧਿਆਨ 'ਚ ਰੱਖਣੇ, ਅੱਗੇ ਜਾ ਕੇ ਸੌਖਾ ਹੋਊਗਾ ਤੁਹਾਨੂੰ। ਹੁਣ ਦੇਖੋ ਜੀ, ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਨੂੰ ਜਿਹੜਾ ਹੈਗਾ ਗੁਰਤਾ ਗੱਦੀ ਅਤੇ ਚੌਥੇ ਗੁਰੂ ਬਣਦੇ ਆ ਉਹ, ਇਹ ਆਪਾਂ ਗੱਲ ਕਰ ਚੱਕੇ ਹਾਂ। ਅਤੇ ਬੀਬੀ ਭਾਨੀ ਦੇ ਪਤੀ ਦੇਵ ਹੈ, ਇਹ ਪਤੀ ਹੈਗੇ ਗੁਰੂ ਰਾਮਦਾਸ ਜੀ। ਹੁਣ ਅੱਗੇ ਦੇਖੋ ਜੀ, ਆਪਾਂ ਅੱਜ ਗੁਰੂ ਰਾਮਦਾਸ ਜੀ ਦਾ ਟੌਪਿਕ ਵੀ ਕਰਾਂਗੇ। ਗੁਰੂ ਰਾਮਦਾਸ ਜੀ ਦਾ ਟਾਈਮ ਪੀਰੀਅਡ ਜਿਹੜਾ ਹੈਗਾ 1534 ਤੋਂ 1581 ਈਸਵੀ ਹੈ, ਅਤੇ ਇਹਨਾਂ ਦਾ ਗੁਰਤਾ ਟਾਈਮ ਹੈ ਜਿਹੜਾ ਗੁਰੂ ਰਹੇ ਆ ਇਹ 1574 ਤੋਂ 1581 ਈਸਵੀ ਦਾ ਟਾਈਮ ਹੈ। ਲਗਭਗ ਇਹਨਾਂ ਕੋਲ ਜਿਹੜਾ ਹੈਗਾ 6-7 ਸਾਲ ਦਾ ਟਾਈਮ ਹੈ। ਅਤੇ ਪਰ 6-7 ਸਾਲ ਦੇ ਟਾਈਮ ਦੇ ਵਿੱਚ ਇਹਨਾਂ ਨੇ ਇੱਕ ਇਹੋ ਜਿਹੇ ਮਹਾਨ ਕਾਰਜ ਕੀਤੇ ਹੈ ਕਿ ਜਿਹੜੇ ਕਾਰਜ ਰਹਿੰਦੀ ਦੁਨੀਆ ਤੱਕ ਯਾਦ ਰਹਿਣਗੇ, ਅਤੇ ਸਿੱਖ ਧਰਮ ਨੂੰ ਇੱਕ ਮਜ਼ਬੂਤ ਅਤੇ ਬਹੁਤ ਹੀ ਪਰਪੱਕ ਕਰ ਦਿੱਤਾ ਸਿੱਖ ਧਰਮ ਦੀ ਵਿਚਾਰਧਾਰਾ ਨੂੰ ਇਹਨਾਂ ਦੇ ਕੰਮਾਂ ਨੇ। ਸੋ ਆਓ ਇਹਨਾਂ ਦੇ ਪਹਿਲਾਂ ਜੀਵਨ ਕਾਲ ਬਾਰੇ ਜਾਣਕਾਰੀ ਲਈਏ ਆਪਾਂ। ਜਨਮ ਇਹਨਾਂ ਦਾ ਚੂਨਾ ਮੰਡੀ ਲਾਹੌਰ ਦੇ ਵਿੱਚ 24 ਸਤੰਬਰ 1534 ਈਸਵੀ ਨੂੰ ਹੋਇਆ ਜੀ। ਪਿਤਾ ਦਾ ਨਾਂ ਹਰੀਦਾਸ ਹੈ, ਮਾਤਾ ਦਾ ਨਾਂ ਅਨੂਪ ਦੇਵੀ ਹੈ, ਦਇਆਵੰਤੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਆਪ ਜੀ ਦਾ ਪਾਲਣ ਪੋਸ਼ਣ ਜਿਹੜਾ ਹੈਗਾ ਬਾਸਰਕੇ, ਇਹਨਾਂ ਦੇ ਨਾਨਕੇ ਸੀਗੇ, ਉੱਥੇ ਹੀ ਹੁੰਦਾ ਹੈ। ਠੀਕ ਹੈ ਜੀ, ਬਾਸਰਕੇ ਪਿੰਡ ਦੇ ਵਿੱਚ ਹੀ ਹੁੰਦਾ, ਇੱਥੇ ਇਹਨਾਂ ਦੇ ਨਾਨਕੇ ਸੀ। ਆਪ ਜੀ ਦਾ ਜਿਹੜਾ ਹੈਗਾ ਬਚਪਨ ਦਾ ਨਾਂ ਉਹ ਭਾਈ ਜੇਠਾ ਜੀ ਸੀਗਾ। ਗੁਰੂ ਅਮਰਦਾਸ ਜੀ ਨੇ ਆਪਣੀ ਛੋਟੀ ਪੁੱਤਰੀ ਬੀਬੀ ਭਾਨੀ ਦਾ ਵਿਆਹ ਜਿਹੜਾ ਆਪ ਜੀ ਦੇ ਨਾਲ ਕੀਤਾ, ਅਤੇ ਵਿਆਹ ਤੋਂ ਬਾਅਦ ਜਿਹੜੇ ਹੈਗੇ ਗੁਰੂ ਰਾਮਦਾਸ ਜੀ, ਇਹਨਾਂ ਨੂੰ ਰਾਮਦਾਸ ਦੇ ਨਾਂ ਨਾਲ ਜਾਣਿਆ ਜਾਣ ਲੱਗਿਆ। ਸੰਤਾਨ ਇਹਨਾਂ ਦੀ ਹੈਗੀ ਜੀ ਪ੍ਰਿਥੀ ਚੰਦ, ਮਹਾਦੇਵ ਅਤੇ ਅਰਜਨ ਦੇਵ, ਇਹ 3 ਪੁੱਤਰ ਹੈ ਇਹਨਾਂ ਦੇ। 1574 ਈਸਵੀ ਦੇ ਵਿੱਚ ਇਹ ਹੈਗੇ ਜਿਹੜੇ ਗੁਰੂ ਬਣਦੇ ਆ, ਚੌਥੇ ਗੁਰੂ ਸਿੱਖਾਂ ਦੇ ਆਪਣੇ ਚੌਥੇ ਗੁਰੂ ਜਿਹੜੇ ਹੈਗੇ ਇਹ ਨਿਰਧਾਰਤ ਹੁੰਦੇ ਆ, ਉੱਤਰਾਧਿਕਾਰੀ ਨਿਯੁਕਤ ਹੁੰਦੇ ਆ ਗੁਰੂ ਅਮਰਦਾਸ ਜੀ ਦੁਆਰਾ। ਆਪ ਜੀ ਦੀ ਜਿਹੜੀ ਹੈਗੀ ਹੈ ਜੀ ਦੁਆਰਾ ਸਿੱਖ ਧਰਮ ਦੇ ਪ੍ਰਚਾਰ ਵਿੱਚ ਪਾਇਆ ਯੋਗਦਾਨ ਦੇਖੋ ਜੀ, ਇਹਨਾਂ ਨੇ ਕੀ ਕੀਤਾ, ਅੰਮ੍ਰਿਤਸਰ ਸ਼ਹਿਰ ਦੀ ਨੀਂਹ ਰੱਖੀ ਹੈ। ਸਭ ਤੋਂ ਮਹਾਨ ਕਾਰਜ ਅੰਮ੍ਰਿਤਸਰ ਸ਼ਹਿਰ ਦੀ ਨੀਂਹ ਰੱਖਣਾ ਇਹਨਾਂ ਦਾ। 1577 ਈਸਵੀ ਦੇ ਵਿੱਚ ਆਪ ਜੀ ਨੇ ਸੰਤੋਖਸਰ ਅਤੇ ਅੰਮ੍ਰਿਤਸਰ ਨਾਂ ਦੇ 2 ਸਰੋਵਰ ਹੈ ਜਿਹੜੇ ਉਹਨਾਂ ਦੀ ਖੁਦਾਈ ਦਾ ਕੰਮ ਸ਼ੁਰੂ ਕਰਵਾਇਆ ਸੀ ਇੱਥੇ। ਅਤੇ ਅੱਗੇ ਹੈਗਾ ਜੀ, ਆਪ ਜੀ ਨੇ ਇਸ ਸਥਾਨ 'ਤੇ 52 ਕਿਸਮ ਦੇ ਪੇਸ਼ੇਵਰ ਲੋਕਾਂ ਨੂੰ ਵਸਾ ਕੇ ਇੱਥੇ ਗੁਰੂ ਕਾ ਬਾਜ਼ਾਰ ਵਸਾਇਆ ਹੈ ਨਾ, ਗੁਰੂ ਕਾ ਬਾਜ਼ਾਰ ਵਸਾਇਆ। ਹੁਣ ਦੇਖੋ, ਜਿਹੜੇ ਅੰਮ੍ਰਿਤਸਰ ਸ਼ਹਿਰ ਦੀ ਨੀਂਹ ਰੱਖੀ ਹੈ ਅਤੇ ਸਰੋਵਰ ਬਣਾਏ ਹੈ, ਅਤੇ ਇਹ ਸਿੱਖ ਧਰਮ ਦਾ ਮੱਕਾ ਮਦੀਨਾ ਹੈ ਮੌਜੂਦਾ ਟਾਈਮ ਦੇ ਵਿੱਚ ਵੀ। ਤਾਂ ਸਭ ਤੋਂ ਵੱਡਾ ਕਾਰਜ ਹੁੰਦਾ 1577 ਈਸਵੀ ਦੇ ਵਿੱਚ ਜਿਹੜਾ ਇਹ ਸ਼ੁਰੂ ਕਰਦੇ ਹੈ, ਅਤੇ ਇੱਕ ਗੁਰੂ ਕਾ ਬਾਜ਼ਾਰ ਨਗਰ ਵਸਾਉਂਦੇ ਆ। ਭਾਵ ਕੀ ਹੈ, 52 ਤਰ੍ਹਾਂ ਦੇ ਪੇਸ਼ੇਵਰ ਲੋਕ ਹੈ ਜਿਹੜੇ ਵਪਾਰੀ ਹੈ ਨਾ, ਅਤੇ ਜਾਂ ਕਹਿ ਲਓ ਜਿਹੜੇ ਕਿੱਤਾਕਾਰ ਲੋਕ ਆ, ਉਹਨਾਂ ਨੂੰ ਲਿਆ ਕੇ ਇਹਨਾਂ ਨਗਰਾਂ 'ਤੇ ਵਸਾਇਆ ਜਾਂਦਾ। ਹੁਣ ਮੈਂ ਤੁਹਾਨੂੰ ਇੱਕ ਇਹਦੇ ਵਿੱਚ ਫੈਕਟ ਕਲੀਅਰ ਕਰ ਦਿਆਂ ਕਿ ਇਹ ਅੰਮ੍ਰਿਤਸਰ ਸ਼ਹਿਰ ਹੈ ਜਿਹੜਾ ਇੱਥੇ ਕਿਉਂ ਵਸਾਇਆ ਗਿਆ, ਅਤੇ ਇੱਥੇ 52 ਕਿਸਮ ਦੇ ਪੇਸ਼ੇਵਰ ਲੋਕ ਕਿਉਂ ਲਿਆਂਦੇ ਜਾਂਦੇ। ਆਰਥਿਕ ਪੱਖੋਂ ਇਹਦਾ ਕੀ ਫਾਇਦਾ ਹੋਇਆ ਸਾਨੂੰ ਪੰਜਾਬ ਨੂੰ ਨਾ, ਆਰਥਿਕ ਪੱਖੋਂ ਪੰਜਾਬ ਨੂੰ ਕੀ ਫਾਇਦਾ, ਇਹ ਤੁਹਾਨੂੰ ਕਿਸੇ ਬੁੱਕ 'ਚ ਨਹੀਂ ਲਿਖਿਆ ਮਿਲਣਾ। ਇਹ ਇੱਕ ਭਾਵ ਕਿ ਲੋ ਰਿਸਰਚ ਹੈ, ਜਾਂ ਆਪਾਂ ਕਹਿ ਸਕਦੇ ਹਾਂ ਕਿ ਇੱਕ ਪੜ੍ਹ ਕੇ ਅੱਡੋ-ਅੱਡੀ ਕਿਤਾਬਾਂ ਦੇ ਵਿੱਚੋਂ ਨਵਾਂ ਵਿਚਾਰ। ਆਰਥਿਕ ਪੱਖੋਂ ਪੰਜਾਬ ਨੂੰ ਫਾਇਦਾ ਕੀ ਹੁੰਦਾ ਹੈ ਕਿ ਦੇਖੋ ਤੁਸੀਂ GT ਰੋਡ ਬਾਰੇ ਹੈ ਨਾ, GT ਰੋਡ ਹੈ ਜਿਹੜਾ, ਇਹਦੇ ਬਾਰੇ ਸਾਰੇ ਜਾਣਦੇ ਹੋ। ਸਿਲਕ ਰੂਟ ਵੀ ਜਾਣਦੇ ਹੋ, ਜਿਹੜੇ ਹਿਸਟਰੀ ਵਾਲੇ ਬੱਚੇ ਆ ਜਿਨ੍ਹਾਂ ਦੀ ਹਿਸਟਰੀ ਪੜ੍ਹੀ ਹੋਈ ਹੈ ਨਾ ਧਿਆਨ ਦੇ ਨਾਲ। ਸਿਲਕ ਰੂਟ ਦੇ ਬਾਰੇ ਵੀ ਜਾਣਦੇ ਹੋ ਨਾ। ਤਾਂ ਇਹ ਰੂਟ ਹੈ ਜਿਹੜੇ ਖਾਸ ਕਰਕੇ ਸਿਲਕ ਰੂਟ ਇਹ ਗੁਜ਼ਰਦਾ ਹੈਗਾ, ਜਿਵੇਂ ਮੰਨ ਕੇ ਚੱਲੋ ਤੁਸੀਂ ਵੀ, ਜੇ ਆਪਾਂ ਕਹਿ ਲਈਏ, ਇੱਕ ਮਿੰਟ ਮੈਂ ਇਹਨੂੰ ਹਟਾਉਣਾ, ਜੇ ਆਪਾਂ ਕਹਿ ਲਈਏ ਵੀ ਆਹ ਆਪਣਾ ਭਾਰਤ ਦਾ ਹੈਗਾ ਨਾਰਥ, ਆਹ ਈਸਟ, ਆਹ ਵੈਸਟ ਅਤੇ ਆਹ ਸਾਊਥ। ਠੀਕ ਹੈ ਜੀ, ਆਪਣਾ ਪੰਜਾਬ
ਇਸ ਦਾਇਰੇ ਦੇ ਵਿੱਚ ਹੈ ਨਾ, ਇੱਥੇ ਆਪਾਂ ਪੀ ਲਿਖ ਲਈ ਹੈ ਨਾ, ਇੱਥੇ ਇਸ ਦਾਇਰੇ 'ਚ ਪੰਜਾਬ ਹੈ ਅਤੇ ਇੱਧਰ ਆ ਗਿਆ ਚਾਈਨਾ ਹੈ ਨਾ। ਅਤੇ ਜਿਹੜਾ ਸਿਲਕ ਰੂਟ ਹੈ ਇਹ ਇੱਧਰੋਂ ਸ਼ੁਰੂ ਹੁੰਦਾ ਹੈ, ਠੀਕ ਹੈ ਜੀ। ਇੱਕ ਇੱਧਰ ਲੰਘ ਜਾਂਦਾ ਤਾਂ ਹਿਮਾਲਿਆ ਪਰਬਤ ਦੇ ਉੱਪਰਲੇ ਪਾਸਿਓਂ, ਅਤੇ ਇੱਥੋਂ ਐਂ ਆ ਜਾਂਦਾ ਨਾ, ਅਤੇ ਐਂ ਆ ਕੇ ਪੰਜਾਬ ਦੇ ਵਿੱਚ ਦੀ ਗੁਜ਼ਰਦਾ ਕਿਤੇ ਨਾ ਕਿਤੇ ਜਾ ਕੇ ਇਕੱਠੇ ਹੋ ਕੇ ਫਿਰ ਇੱਧਰ ਪੂਰੇ ਯੂਰਪ ਦੇ ਵਿੱਚ ਜਿਹੜਾ ਹੈਗਾ ਐਂਟਰ ਹੋ ਜਾਂਦੇ ਆ ਨਾ। ਇਰਾਕ, ਇਰਾਕ ਜਦੋਂ ਤੁਸੀਂ ਮੈਪ ਦੇਖੋਗੇ ਨਾ ਤਾਂ ਇਹ ਇੱਥੋਂ ਤੁਹਾਨੂੰ ਕਲੀਅਰ ਹੋਊਗਾ। ਅਤੇ ਸਾਰੇ ਸੰਸਾਰ ਨੂੰ ਜੋੜਨ ਵਾਲਾ ਰੂਟ ਹੈ। ਅਤੇ ਹੁਣ ਜੇ ਤੁਸੀਂ ਦੇਖੋਗੇ ਮੈਪ ਦੇ ਵਿੱਚ, ਠੀਕ ਹੈ ਜੀ, ਤਾਂ ਜਿਹੜਾ ਇਹ ਸਿਲਕ ਰੂਟ ਹੈਗਾ ਜਿੱਥੋਂ ਦੀ ਇਹ ਲੰਘਦਾ ਹੈ, ਤਾਂ ਅੰਮ੍ਰਿਤਸਰ ਜਿਹੜਾ ਹੈਗਾ ਇਹ ਅੰਮ੍ਰਿਤਸਰ ਦੇ ਵਿੱਚ ਦੀ ਲੰਘਦਾ ਹੈ ਨਾ। ਇੱਥੇ ਮੰਨ ਲਓ ਅੰਮ੍ਰਿਤਸਰ ਹੈ ਅਤੇ ਅੰਮ੍ਰਿਤਸਰ ਦੇ ਵਿੱਚ ਦੀ ਗੁਜ਼ਰਦਾ ਹੈ। ਅਤੇ ਆਰਥਿਕ ਪੱਖੋਂ ਫਾਇਦਾ ਦੇਖੋ ਕੀ ਹੁੰਦਾ ਪੰਜਾਬ ਨੂੰ, ਕਿ ਜਿਹੜੇ ਇਹ 52 ਕਿਸਮ ਦੇ ਪੇਸ਼ੇਵਰ ਲੋਕ ਹੈ ਤਾਂ ਇਹ ਪੰਜਾਬ ਦਾ ਜਿਹੜਾ ਆਰਥਿਕ ਰਾਜਧਾਨੀ ਬਣ ਜਾਂਦੀ ਹੈ। ਆਰਥਿਕ ਪੱਖੋਂ ਫਾਇਦਾ ਇਹ ਹੁੰਦਾ ਪੰਜਾਬ ਨੂੰ ਕਿ ਜਿਹੜਾ ਪੰਜਾਬ ਹੈ, ਪੰਜਾਬ ਦੀ ਆਰਥਿਕ ਰਾਜਧਾਨੀ ਬਣ ਜਾਂਦਾ ਅੰਮ੍ਰਿਤਸਰ, ਕਿਉਂਕਿ ਇਹ ਸਿਲਕ ਰੂਟ ਦੇ ਉੱਪਰੋਂ ਜਿਹੜਾ ਸਾਰਾ ਵਪਾਰ ਗੁਜ਼ਰਦਾ ਹੈ। ਮੌਜੂਦਾ ਸਮੇਂ ਦੇ ਵਿੱਚ ਸਿਲਕ ਰੂਟ ਆਪਣਾ ਜਿਹੜਾ ਅਟਾਰੀ ਬਾਰਡਰ ਹੈ ਨਾ, ਅਟਾਰੀ ਬਾਰਡਰ ਹੈ ਨਾ ਜਿਹੜਾ ਪਾਕਿਸਤਾਨ ਦੇ ਵਿੱਚ ਆਪਾਂ ਜਦੋਂ ਐਂਟਰ ਹੁੰਦੇ ਹਾਂ, ਠੀਕ ਹੈ ਜੀ, ਤਾਂ ਉਹ ਰੋਡ ਹੈ ਜਿਹੜਾ ਉਹ ਸਿਲਕ ਰੂਟ ਹੈ ਜੀ, ਠੀਕ ਆ। ਉਹ ਸਿਲਕ ਰੂਟ ਹੈ ਜਿਹੜਾ ਕਿ ਸਰਹੰਦ ਦੇ ਵਿੱਚੋਂ ਵੀ ਗੁਜ਼ਰਦਾ, ਸਰਹੰਦ ਦੇ ਵਿੱਚੋਂ ਵੀ ਗੁਜ਼ਰਦਾ ਹੈਗਾ, ਇਹ ਵੀ ਧਿਆਨ 'ਚ ਰੱਖਣਾ। ਸੋ ਆਓ ਦੇਖੋ ਅੱਗੇ, ਅੰਮ੍ਰਿਤਸਰ ਦੇ ਨੂੰ ਜਿਹੜਾ ਹੈਗਾ ਗੁਰੂ ਕਾ ਚੱਕ ਜਾਂ ਚੱਕ ਗੁਰੂ ਜਾਂ ਰਾਮਦਾਸਪੁਰਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਇਹਦੇ ਹੋਰ ਨਾਮ ਹੈ, ਠੀਕ ਹੈ ਜੀ। ਆਪ ਜੀ ਨੇ ਮਸੰਦ ਪ੍ਰਥਾ ਜਿਹੜੀ ਹੈਗੀ ਆ ਉਹ ਸ਼ੁਰੂ ਕੀਤੀ ਹੈ। ਕੁਝ ਇਤਿਹਾਸਕਾਰ ਕਹਿੰਦੇ ਆ ਕਿ ਇਹਦੀ ਸ਼ੁਰੂਆਤ ਹੈ ਜਿਹੜੀ ਉਹ ਗੁਰੂ ਅਰਜਨ ਦੇਵ ਜੀ ਨੇ ਕੀਤੀ ਹੈ, ਪਰ ਸੱਚਾਈ ਇਹ ਹੈ ਕਿ ਫੈਕਟ ਇਹ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਮਸੰਦ ਪ੍ਰਥਾ ਨੂੰ ਸੰਗਠਿਤ ਕੀਤਾ ਸੀ, ਸੰਗਠਿਤ ਕੀਤਾ ਸੀ। ਜੇ ਤੁਹਾਨੂੰ ਕੁਐਸਚਨ ਆ ਜੇ ਸੰਗਠਿਤ ਕਿਸ ਨੇ ਕੀਤਾ ਤਾਂ ਉਹ ਗੁਰੂ ਅਰਜਨ ਦੇਵ ਜੀ ਹੈ ਜੀ, ਅਤੇ ਜੇ ਅਜੇ ਸ਼ੁਰੂ ਕਿਸ ਨੇ ਕੀਤੀ ਹੈ ਜਾਂ ਉਹਦੀ ਸਥਾਪਨਾ ਕਿਸ ਨੇ ਕੀਤੀ ਹੈ ਤਾਂ ਉਹ ਗੁਰੂ ਰਾਮਦਾਸ ਜੀ ਹੈ ਜੀ। ਇਹ ਚੀਜ਼ ਨੂੰ ਧਿਆਨ 'ਚ ਰੱਖਣਾ, ਠੀਕ ਹੈ। ਇਹ ਮਸੰਦ ਪ੍ਰਥਾ ਉਦੋਂ ਜਦੋਂ ਅੰਮ੍ਰਿਤਸਰ ਸ਼ਹਿਰ ਦੀ ਨੀਂਹ ਰੱਖੀ ਹੈ, ਅੰਮ੍ਰਿਤਸਰ ਸਰੋਵਰ ਹੈ ਜਿਹੜੇ ਖੁਦਵਾਏ ਆ, ਤਾਂ ਉਦੋਂ ਤੋਂ ਸ਼ੁਰੂ ਮੰਨੀ ਜਾਂਦੀ ਹੈ। ਆਪ ਜੀ ਨੇ ਵਿਆਹ ਸਮੇਂ ਆਨੰਦ ਕਾਰਜ ਜਿਹੜੇ ਹੈਗੇ ਰਾਹੀਂ ਲਾਵਾਂ ਲੈਣ ਦੀ ਸ਼ੁਰੂਆਤ ਕੀਤੀ। ਹੁਣ ਦੇਖੋ ਇਹਨੂੰ ਲਿਖਣ ਵਾਲਾ ਕੌਣ ਹੈ, ਆਪਾਂ ਪਿੱਛੇ ਪੜ੍ਹ ਕੇ ਹਟੇ ਹਾਂ। ਮੈਂ ਤੁਹਾਨੂੰ ਦੱਸਿਆ ਨਾ ਵੀ ਇੱਕ ਵਿਚਾਰਧਾਰਾ ਹੈ ਉਹ ਕਿਵੇਂ ਇੰਪਲੀਮੈਂਟ ਹੁੰਦੀ ਹੈ, ਕਿਵੇਂ ਡਿਵੈਲਪ ਹੁੰਦੀ ਹੈ, ਅਤੇ ਕਿਵੇਂ ਅਡੋਪਟ ਹੁੰਦੀ ਹੈ, ਅਤੇ ਕਿਵੇਂ ਲੋਕਾਂ ਦੇ ਵਿੱਚ ਜਿਹੜੀ ਹੈਗੀ ਆਪਦਾ ਪੂਰਾ ਸਥਾਨ ਬਣਾਉਂਦੀ ਹੈ। ਉਹ ਉਵੇਂ ਵਰਕ ਚੱਲ ਰਿਹਾ। ਇਹ ਨਹੀਂ ਵੀ ਜੇ ਕੋਈ ਗੁਰੂ ਆ ਗਿਆ ਹੋਰ ਤਾਂ ਉਹਨੇ ਆ ਕੇ ਹੋਰ ਕੋਈ ਕੰਮ ਕਰਤਾ, ਇਹ ਚੀਜ਼ ਨਹੀਂ। ਉਹਨਾਂ ਨੇ ਸਿਰਫ ਉਹੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਅੱਗੇ ਅੱਗੇ ਜੋੜਦੇ, ਕੜੀਆਂ ਨਾਲ ਕੜੀਆਂ ਜੋੜ ਕੇ ਉਹਨੂੰ ਵਧਾਇਆ, ਉਹਨੂੰ ਫੈਲਾਇਆ। ਅਤੇ ਤਾਂ ਕਰਕੇ ਸਿੱਖ ਧਰਮ ਹੈ ਜਿਹੜਾ ਮੌਜੂਦਾ ਦੌਰ ਦੇ ਵਿੱਚ ਵੀ, ਵਿਗਿਆਨਕ ਯੁੱਗ ਦੇ ਵਿੱਚ ਵੀ ਪੂਰਾ ਆਪਦੇ ਪੈਰਾਂ ਸਿਰ ਹੈ ਅਤੇ ਪੂਰਾ ਸਥਿਰ ਖੜ੍ਹਾ ਹੈ ਨਾ, ਪੂਰਾ ਡਿਵੈਲਪ ਹੋ ਰਿਹਾ ਹੈ। ਆਪਾਂ ਇਹ ਨਹੀਂ ਕਹਿ ਸਕਦੇ ਕਿ ਜੇ ਹੁਣ ਕਿਸੇ ਨਾ ਅੰਮ੍ਰਿਤ ਨਹੀਂ ਛਕਿਆ, ਜਾਂ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਮੋਨੇ ਬਹੁਤ ਹੋ ਗਏ, ਪਰ ਇਹ ਚੀਜ਼ ਹੋ ਸਕਦਾ। ਪਰ ਵਿਚਾਰ ਹੈ ਜਿਹੜੇ ਉਹ ਨਹੀਂ ਖਤਮ ਹੋਏ, ਵਿਚਾਰ ਹੈ ਜਿਹੜੇ ਉਹ ਨਹੀਂ ਖਤਮ ਹੋਏ। ਵਿਚਾਰ ਉਵੇਂ ਦੇ ਉਵੇਂ ਆ ਅਤੇ ਪਰਪੱਕ ਹੈ ਅਤੇ ਵਧੇ ਹੈ, ਪਲੱਸ ਹੀ ਹੋਏ ਆ ਇਹ, ਠੀਕ ਹੈ ਜੀ। ਸੋ ਅੱਗੇ ਜਾ ਕੇ ਦੇਖੋ, ਚਲੋ ਪ੍ਰਮਾਤਮਾ ਦੀ ਬਖਸ਼ਿਸ਼ ਹੋਊਗੀ ਨਾ, ਸਿੱਖ ਉਵੇਂ ਖਾਲਸਾ ਰੂਪ ਖਾਲਸੇ ਦੇ ਵਿੱਚ ਵੀ ਆਉਣਗੇ, ਪਰ ਵਿਚਾਰ ਦੀ ਬਹੁਤ ਵੱਡੀ ਦੇਣ ਹੈ। ਹੁਣ ਇਹ ਆਨੰਦ ਸਾਹਿਬ ਦੀ ਬਾਣੀ ਦੇਖੋ, ਆਪਾਂ ਪਹਿਲਾਂ ਕਰਕੇ ਹਟੇ ਹਾਂ, ਗੁਰੂ ਜੀ ਨੇ ਲਿਖੀ ਸੀ, ਅਤੇ ਇੱਥੇ ਆ ਕੇ ਜਿਹੜੇ ਹੈਗੇ ਆਨੰਦ ਕਾਰਜ ਦੇ ਵਿੱਚ ਇੰਪਲੀਮੈਂਟ ਕਰਤਾ। ਇਹਨਾਂ ਨੇ ਇੱਥੋਂ ਤੱਕ ਇਹ ਵੀ ਕਰਤਾ ਸੀ ਕਿ ਜਿਹੜੀ ਆਨੰਦ ਸਾਹਿਬ ਦੀ ਬਾਣੀ ਹੈ, ਚਾਹੇ ਖੁਸ਼ੀ ਹੋਵੇ, ਠੀਕ ਹੈ ਜੀ, ਚਾਹੇ ਕੋਈ ਖੁਸ਼ੀ ਦਾ ਮੌਕਾ ਹੋਵੇ ਅਤੇ ਚਾਹੇ ਕੋਈ ਗਮੀ ਦਾ ਮੌਕਾ ਹੋਵੇ, ਭਾਵ ਕਿ ਆਪਾਂ ਇੱਕੋ ਹੀ ਬਾਣੀ ਗਾਉਣੀ ਹੈ ਨਾ, ਇੱਕੋ ਹੀ ਬਾਣੀ ਗਾਉਣੀ ਹੈ ਜਿਹੜੀ ਆਨੰਦ ਸਾਹਿਬ ਦੀ ਬਾਣੀ ਹੈਗੀ। ਇਹ ਇੰਪਲੀਮੈਂਟ ਕਰਤੀ ਸੀ ਕੰਡੀਸ਼ਨ ਸਿੱਖਾਂ ਦੇ ਉੱਪਰ, ਸਿੱਖ ਧਰਮ ਦੇ ਵਿੱਚ ਲਾਈ ਸੀ, ਜਿਹੜੀ ਕਿ ਬਹੁਤ ਵਧੀਆ ਕੰਡੀਸ਼ਨ ਸੀ ਕਿ ਅੰਗਲਮਈ ਨਿਰੰਜਨ ਰਹੀ ਹੈ ਨਾ, ਅਤੇ ਵੀ ਦੁੱਖ ਦੇ ਵਿੱਚ ਵੀ ਖੁਸ਼ੀ ਰਹੋ ਅਤੇ ਖੁਸ਼ੀ ਦੇ ਵਿੱਚ ਤਾਂ ਖੁਸ਼ ਤੁਸੀਂ ਰਹਿਣਾ ਹੀ ਰਹਿਣਾ। ਇੱਕ ਤਰ੍ਹਾਂ ਨਾਲ ਲੋਕਾਂ ਦੀ ਮਾਨਸਿਕਤਾ ਜਿਹੜੀ ਉਹਨੂੰ ਉੱਚਾ ਚੁੱਕਤਾ, ਬਹੁਤ ਵੱਡਾ, ਬਹੁਤ ਜ਼ਿਆਦਾ ਉੱਚਾ ਚੁੱਕਤਾ। ਆਪ ਜੀ ਨੇ ਆਪਣੇ ਵਿਆਹ ਸਮੇਂ ਬੜਹੰਸ ਰਾਗ ਦੀ ਰਚਨਾ ਕੀਤੀ ਹੈ, ਠੀਕ ਹੈ ਜੀ। ਇਹ ਸ਼ਬਦਾਂ ਦੀ ਰਚਨਾ ਕੀਤੀ ਬੜਹੰਸ ਰਾਗ ਦੀ। ਉਦਾਸੀ ਮਤ ਨਾਲ ਸ਼ਾਂਤੀਪੂਰਨ ਇਹਨਾਂ ਨੇ ਸਮਝੌਤਾ ਕੀਤਾ। ਉਦਾਸੀ ਮਤ ਨੂੰ ਚਲਾਉਣ ਵਾਲਾ ਕੌਣ ਸੀਗਾ ਜੀ? ਸ਼੍ਰੀ ਚੰਦ। ਸ਼੍ਰੀ ਚੰਦ ਕੌਣ ਸੀਗਾ ਜੀ? ਗੁਰੂ ਨਾਨਕ ਦੇਵ ਜੀ ਦੇ ਪੁੱਤਰ। ਇਹਨਾਂ ਨੇ ਆਪਦਾ ਅਲੱਗ ਤੋਂ ਮਤ ਚਲਾ ਲਿਆ ਸੀ, ਉਦਾਸੀ ਮਤ, ਜਿਹਦੇ ਵਿੱਚ ਖਾਸ ਕਰਕੇ ਜਿਹੜੀ ਹੈਗੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਇਹ ਉਹਦੇ ਬਿਲਕੁਲ ਉਲਟ ਸੀਗੇ, ਠੀਕ ਹੈ, ਉਹਨੂੰ ਫੋਲੋ ਨਹੀਂ ਕਰਦੇ ਸੀ। ਅਤੇ ਕਹਿੰਦੇ ਸਿੱਖ ਸੀਗੇ ਹੈ ਨਾ, ਕਹਿੰਦੇ ਸਿੱਖ ਹੀ ਸੀ ਆਪਦੇ ਆਪ ਨੂੰ ਵੀ ਇਹਨਾਂ ਨੇ ਗੁਰੂ ਐਲਾਨਿਆ ਸੀ ਸ਼੍ਰੀ ਚੰਦ ਜੀ ਨੇ। ਤੋ ਸੋ ਬਹੁਤ ਵਿਦਵਾਨ ਸੀਗੇ, ਬਹੁਤ ਜਾਣਕਾਰ ਵਿਅਕਤੀ ਸੀ,
ਪਰ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਉਲਟ ਹੋਣ ਕਰਕੇ ਇਹਨਾਂ ਨੂੰ ਜਿਹੜਾ ਹੈਗਾ ਇਹ ਇੱਕ ਤਰ੍ਹਾਂ ਦਾ ਐਂਟੀ ਗਰੁੱਪ ਪੈਦਾ ਹੋ ਗਿਆ ਕਹਿ ਲਓ, ਜਾਂ ਐਂਟੀ ਗਰੁੱਪ ਚੱਲ ਰਿਹਾ ਸੀ ਸਿੱਖ ਧਰਮ ਦੇ। ਸੋ ਇਹਨਾਂ ਦੇ ਨਾਲ ਸ਼ਾਂਤੀਪੂਰਨ ਸਮਝੌਤਾ ਕੀਤਾ ਗੁਰੂ ਰਾਮਦਾਸ ਜੀ ਨੇ ਸ਼੍ਰੀ ਚੰਦ ਜੀ ਦੇ ਜਿਹੜੀ ਹੈਗੀ ਹੈ ਉਦਾਸੀ ਮਤ ਚਲਾਇਆ ਸੀਗਾ। ਉਦਾਸੀ ਮਤ ਦੇ ਵਿੱਚ ਇਹਨਾਂ ਦੇ ਵਿੱਚ ਆਪਸੀ ਸ਼ਾਂਤੀਪੂਰਨ ਸਮਝੌਤਾ ਹੋ ਗਿਆ, ਕਿਉਂਕਿ ਇਹਨਾਂ ਨੂੰ ਕਿਹਾ ਜਾਂਦਾ ਇਹ ਵਿਚਾਰ ਹੈ ਕਿ ਜਦੋਂ ਸ਼੍ਰੀ ਚੰਦ ਨੂੰ ਮਿਲੇ ਤਾਂ ਉਹ ਕਹਿੰਦੇ ਏਡਾ ਏਡਾ ਦਾੜਾ ਕੀਤਾ, ਮੇਰੇ ਕੋਲੇ ਕੀ ਲੈਣ ਆਇਆ ਤੂੰ, ਗੁਰੂ ਰਾਮਦਾਸ ਜੀ ਨੂੰ ਕਹਿੰਦੇ। ਤਾਂ ਗੁਰੂ ਰਾਮਦਾਸ ਜੀ ਕਹਿੰਦੇ ਵੀ ਏਡੀ ਏਡੀ ਦਾੜਾ ਜਿਹੜਾ ਮੈਂ ਇਹ ਤੁਹਾਡੇ ਚਰਨ ਸਾਫ਼ ਕਰਨ ਨੂੰ ਕੀਤਾ, ਵੀ ਤੁਸੀਂ ਉਸ ਮਹਾਨ ਗੁਰੂ ਨਾਨਕ ਦੇਵ ਜੀ ਦੇ ਬੇਟੇ ਹੋ ਜਿਨ੍ਹਾਂ ਨੇ ਸਮਾਜ ਨੂੰ ਇੱਕ ਨਵੀਂ ਲਹਿ ਦਿੱਤੀ ਹੈ ਨਾ, ਨਵੀਂ ਇੱਕ ਤਰਕ ਦਿੱਤਾ ਹੈ, ਫੈਕਟ ਦਿੱਤੇ ਹੈ। ਤਾਂ ਫਿਰ ਇਹਨਾਂ ਨੇ ਕੀ ਕੀਤਾ ਜੀ, ਜਿਹੜੇ ਹੈਗੇ ਬਾਬਾ ਸ਼੍ਰੀ ਚੰਦ ਜੀ ਉਹ ਇਹਨਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋਏ, ਤਾਂ ਉਹਨਾਂ ਨੇ ਜਿਹੜਾ ਹੈਗਾ ਉਦਾਸੀ ਮਤ ਆ ਜਿਹੜਾ ਉਹਨੂੰ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਕਿ ਆਪਾਂ ਵਾਪਸ ਲੈ ਲਿਆ। ਅਤੇ ਸਿੱਖ ਧਰਮ ਦੇ ਪ੍ਰਚਾਰ ਹੀ ਉਹਨਾਂ ਨੇ ਵੀ ਬਾਅਦ 'ਚ ਕਿਹਾ ਕਿ ਵੀ ਸਿੱਖ ਧਰਮ ਹੈ ਜਿਹੜਾ, ਅਤੇ ਜਿਹੜੇ ਸਿੱਖ ਗੁਰੂ ਆ ਉਹੀ ਸਹੀ ਹੈ। ਅਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹਨਾਂ ਨੇ ਇਹਦੇ ਐਂਟੀ ਪ੍ਰਚਾਰ ਕਰਨਾ ਜਿਹੜਾ ਬੰਦ ਕਰਤਾ ਸ਼੍ਰੀ ਚੰਦ ਜੀ ਨੇ। ਤਾਂ ਸੋ ਇਹਨਾਂ ਦਾ ਆਪਸੀ ਸਮਝੌਤਾ ਹੋ ਗਿਆ। ਉਦਾਸੀ ਮਤ ਦਾ ਜਿਹੜਾ ਬਹੁਤ ਵੱਡੀ ਢਾਲ ਆ ਰਿਹਾ ਸੀ ਸਿੱਖ ਧਰਮ ਨੂੰ, ਠੀਕ ਹੈ ਜੀ। ਸੋ ਇਹ ਤਾਂ ਕਰਕੇ ਇਹ ਸਟੋਰੀ ਹੈ ਸ਼ਾਂਤੀਪੂਰਨ ਸਮਝੌਤੇ ਦੀ। ਗੁਰੂ ਰਾਮਦਾਸ ਜੀ ਨੇ ਗੋਇੰਦਵਾਲ ਵਿਖੇ 1 ਸਤੰਬਰ 1581 ਈਸਵੀ ਨੂੰ ਜਿਹੜੇ ਹੈਗੇ ਜੀ ਗੁਰੂ ਰਾਮਦਾਸ ਜੀ 1 ਸਤੰਬਰ 1581 ਈਸਵੀ ਨੂੰ ਜੋਤੀ ਜੋਤ ਸਮਾਉਂਦੇ ਆ ਗੋਇੰਦਵਾਲ ਸਾਹਿਬ ਦੇ ਵਿੱਚ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪ ਜੀ ਨੇ ਸਿੱਖਾਂ ਦੇ ਅਗਲੇ ਗੁਰੂ ਆਪਣੇ ਛੋਟੇ ਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਜਿਹੜਾ ਹੈਗਾ ਗੁਰਤਾ ਗੱਦੀ ਬਖਸ਼ੀ ਹੈ, ਠੀਕ ਹੈ। ਗੁਰਤਾ ਗੱਦੀ ਹੈ ਜਿਹੜੀ ਉਹ ਬਖਸ਼ਿਸ਼ ਕੀਤੀ ਹੈਗੀ ਕਿਹਨਾਂ ਨੂੰ, ਗੁਰੂ ਅਰਜਨ ਦੇਵ ਜੀ ਨੂੰ। ਸੋ ਗੁਰੂ ਅਰਜਨ ਦੇਵ ਜੀ ਬਾਰੇ ਆਪਾਂ ਨਵੀਂ ਵੀਡੀਓ ਲੈ ਕੇ ਆਵਾਂਗੇ ਅਲੱਗ ਤੋਂ, ਬਹੁਤ ਵੱਡਾ ਟੌਪਿਕ ਹੈ, ਬਹੁਤ ਮਹਾਨ ਯੋਗਦਾਨ ਹੈ ਇਹਨਾਂ ਦਾ, ਠੀਕ ਹੈ ਜੀ। ਸੋ ਦਸਵੰਧ ਪ੍ਰਥਾ ਸ਼ੁਰੂ ਕੀਤੀ ਇਹਨਾਂ ਨੇ, ਗੁਰੂ ਅਰਜਨ ਦੇਵ ਜੀ ਨੇ, ਬਹੁਤ ਮਹਾਨ ਕਾਰਜ ਹੋਇਆ ਸੀ ਇਹਨਾਂ ਦੇ ਟਾਈਮ 'ਤੇ, ਸ਼ਹੀਦੀ ਇਹਨਾਂ ਦੀ ਬਹੁਤ ਮਹੱਤਵਪੂਰਨ ਹੈ। ਇਹ ਸਾਰੇ ਟੌਪਿਕ ਹੈ ਜਿਹੜਾ ਰਿਲੇਟਡ ਇਹਦੇ ਫੈਕਟ ਹੈ ਜਿਹੜੇ ਉਹ ਆਪਾਂ ਆਪਣੀ ਅਗਲੀ ਵੀਡੀਓ ਦੇ ਵਿੱਚ ਸ਼ੁਰੂ ਕਰਾਂਗੇ, ਜਿਹੜੀ ਕਿ ਤੁਹਾਨੂੰ ਕੱਲ੍ਹ ਨੂੰ ਮਿਲ ਜੂਗੀ। ਸੋ ਜੇਕਰ ਤੁਹਾਨੂੰ ਸਾਡੇ ਨਾਲ ਕੰਟੈਕਟ ਕਰਨਾ ਹੈ, ਕਿਸੇ ਵੀ ਤਰ੍ਹਾਂ ਦੀ ਹੈਲਪ ਦੀ ਜ਼ਰੂਰਤ ਹੈ, ਤਾਂ ਤੁਸੀਂ ਸਾਨੂੰ WhatsApp 'ਤੇ ਮੈਸੇਜ ਕਰ ਸਕਦੇ ਹੋ ਜੀ। ਸਿਰਫ ਮੈਸੇਜ ਹੀ ਕਰਨਾ ਹੈ, ਕਾਲ ਨਹੀਂ ਉਠਾਈ ਜਾਂਦੀ, ਕਿਉਂਕਿ ਜਿਹੜਾ ਹੈਗਾ ਕਾਲ ਲਈ ਉਹ ਨੰਬਰ ਸਾਡਾ ਨਹੀਂ ਕੀਤਾ ਹੋਇਆ। WhatsApp 'ਤੇ ਤੁਸੀਂ ਸਾਡੇ ਨਾਲ ਜਾਣਕਾਰੀ ਲੈ ਸਕਦੇ ਹੋ। ਸੋ ਸਾਡੇ ਦੁਆਰਾ ਜਿਹੜੀ ਹੈਗੀ ਕੋਚਿੰਗ ਵੀ ਚੱਲ ਰਹੀ ਹੈ ਔਨਲਾਈਨ, ਜਿਹੜੀ ਉਹ ਤੁਸੀਂ ਜੁਆਇਨ ਕਰ ਸਕਦੇ ਹੋ। ਜੇਕਰ ਤੁਸੀਂ ਚਾਹੋ ਤਾਂ ਸਾਨੂੰ ਉਸ ਦੀ ਵੀ ਜਾਣਕਾਰੀ ਲੈ ਸਕਦੇ ਹੋ। ਸੋ ਜਿਹੜੇ ਫ੍ਰੀ ਨੋਟਸ ਹੈਗੇ ਉਹ ਤੁਹਾਨੂੰ ਇਕੱਲੇ ਪ੍ਰਾਚੀਨ ਭਾਰਤ ਦੇ ਦਿੱਤੇ ਹੈ, ਠੀਕ ਹੈ ਜੀ। ਪ੍ਰਾਚੀਨ ਭਾਰਤ ਦੇ ਦਿੱਤੇ ਹੋਏ ਹੈ, ਉਹਨਾਂ ਨੂੰ ਤੁਸੀਂ ਐਜ਼ ਆ ਡੈਮੋ ਲੈ ਲਓ। ਸਾਰੇ ਦਿੱਤੇ ਹੋਏ ਆ ਪ੍ਰਾਚੀਨ ਭਾਰਤ ਦੇ, ਸਿੰਧ ਘਾਟੀ ਤੋਂ ਲੈ ਕੇ ਜਿਹੜੇ ਹੈਗੇ ਆ ਆਪਣਾ 1200 ਈਸਵੀ ਤੱਕ, ਠੀਕ ਹੈ। ਜਿੱਥੋਂ ਨਿਊ ਕਿੰਗਡਮਸ ਆਉਂਦੇ ਆ ਨਾ ਜਿਹੜੇ, ਇੱਥੋਂ ਤੱਕ ਤੁਹਾਨੂੰ ਇਹ ਦਿੱਤੇ ਹੋਏ ਆ, ਫ੍ਰੀ ਦਿੱਤੇ ਹੋਏ ਆ, ਸਾਡੇ ਦੁਆਰਾ ਅਪਲੋਡ ਕੀਤੇ ਜਾ ਚੁੱਕੇ ਆ। ਸੋ ਸਾਡੇ ਨਾਲ ਜੁੜਨ ਦੇ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜਲਦੀ ਮਿਲਦੇ ਹਾਂ ਅਗਲੇ ਟੌਪਿਕ ਦੇ ਨਾਲ, ਠੀਕ ਹੈ ਜੀ। ਪੋਸਟਾਂ ਆਪਣੀਆਂ ਆ ਰਹੀਆਂ, ਪੜ੍ਹੋ ਧਿਆਨ ਦੇ ਨਾਲ, ਮਾਸਟਰ ਕੇਡਰ ਜਿਹੜੇ ਕਲੀਅਰ ਕਰੋ, ਕੰਪੀਟੀਸ਼ਨ ਦੇ ਵਿੱਚ ਆਵੋ, ਅਤੇ ਵੱਧ ਤੋਂ ਵੱਧ ਜਿਹੜਾ ਹੈਗਾ ਆਪਦਾ ਜਿੰਨਾ ਵੀ ਤੁਸੀਂ ਆਪਦੀ ਡਿਵੈਲਪਮੈਂਟ ਕਰ ਸਕਦੇ ਹੋ ਕਰੋ, ਪੜ੍ਹਦੇ ਰਹੋ, ਠੀਕ ਹੈ। ਅਤੇ ਸਾਡੇ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਦੇ ਰਹੋ। ਵੀਡੀਓ ਦੇਖ ਕੇ ਛੱਡਿਆ ਨਾ ਕਰੋ। ਜੇ ਮੈਂ ਤੁਹਾਨੂੰ ਅੰਕੜੇ ਦੱਸਾਂ ਸਾਡੇ ਚੈਨਲ ਦੇ, ਤਾਂ ਲਗਭਗ 55% ਜਿਹੜੇ ਲੋਕ ਹੈ, ਜਿਹੜੇ ਵਿਊਅਰਸ ਹੈ, ਠੀਕ ਹੈ ਜੀ, ਜਿਹੜੇ ਵਿਊਅਰਸ ਆ ਉਹ ਸਾਡੀ ਵੀਡੀਓ ਦੇਖ ਕੇ ਅਤੇ ਹਟ ਜਾਂਦੇ ਆ, ਹੈ ਨਾ, ਦੇਖ ਕੇ ਹਟ ਜਾਂਦੇ ਆ। ਤੁਹਾਨੂੰ ਬੇਨਤੀ ਹੈ, ਅਤੇ 48% ਹੈ ਜਿਹੜੇ ਸਾਡੇ ਸਬਸਕ੍ਰਾਈਬਰ ਆ, ਉਹਨਾਂ ਦਾ ਥੈਂਕਸ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਆਲਰੇਡੀ, ਠੀਕ ਹੈ ਜੀ। ਅਤੇ ਜਿਹੜੇ 55% ਹੈ ਇਹਨਾਂ ਨੂੰ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ। ਇਹੀ ਤੁਹਾਡੀ ਸਾਡੇ ਲਈ ਹੈਲਪ ਹੈਗੀ, ਸਾਡੇ ਲਈ ਮਦਦ ਹੈ, ਠੀਕ ਹੈ ਜੀ। ਸੋ ਸਾਡੇ ਨਾਲ ਜੁੜਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਉਮੀਦ ਹੈ ਤੁਹਾਨੂੰ ਅੱਜ ਦਾ ਲੈਸਨ ਵਧੀਆ ਲੱਗਿਆ ਹੋਊਗਾ। ਜੇ ਵਧੀਆ ਲੱਗਿਆ ਤਾਂ ਕਮੈਂਟ ਜ਼ਰੂਰ ਕਰੋ, ਲਾਈਕ ਕਰੋ ਅਤੇ ਸ਼ੇਅਰ ਜ਼ਰੂਰ ਕਰੋ। ਜੇ ਵਧੀਆ ਨਹੀਂ ਲੱਗਿਆ, ਕੋਈ ਕਮੀ ਪੇਸ਼ੀ ਰਹੀ ਹੈ, ਤਾਂ ਉਹ ਸੁਜੈਸ਼ਨ ਵੀ ਤੁਸੀਂ ਸਾਨੂੰ ਜ਼ਰੂਰ ਦਿਓ, ਤਾਂ ਕਿ ਅਸੀਂ ਆਪਣੀ ਆਉਣ ਵਾਲੀਆਂ ਵੀਡੀਓ ਦੇ ਵਿੱਚ ਸੁਧਾਰ ਕਰ ਸਕੀਏ। ਥੈਂਕਸ ਫॉर ਵਾਚਿੰਗ। Stay tuned with GNDS Academy.